ਦਿਲ ਵਿੱਚ ਕਈ ਵਾਰ ਬਹੁਤ ਖਿਆਲ ਆਉਂਦੇ ਹਨ। ਸਾਂਝੇ ਵੀ ਕਰਨੇ ਹੁੰਦੇ ਹਨ। ਕਿਸੇ ਦੀ ਆਤਮਾ ਦੇ ਉੱਤੇ ਕੁਝ ਮਾੜੇ ਜੋ ਪ੍ਰਭਾਵ ਹੈ, ਇੰਪ੍ਰੈਸ਼ਨਸ ਹਨ, ਉਹ ਕਿੰਨੀ ਕੁ ਪੀੜਾ ਦਿੰਦੇ ਹਨ, ਉਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ। ਮੈਂ ਬਹੁਤ ਵਾਰ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਪਲੇਟਫਾਰਮ 'ਤੇ ਤੁਹਾਡੇ ਨਾਲ ਸਾਂਝਾ ਕਰਦਾ ਰਿਹਾ ਹਾਂ ਕਿ ਬਾਇਪੋਲਰ ਡਿਸਆਰਡਰ ਮੈਨੂੰ ਹੈ, ਸਫਰ ਕਰ ਰਿਹਾ ਹੈਗਾ। 2010 ਤੋਂ ਜੁਲਾਈ ਤੋਂ ਸ਼ੁਰੂ ਹੋਇਆ ਅਤੇ 2022 ਵਿੱਚ ਕਿਸੇ ਤੋਂ ਵੀ ਇਹ ਜੋ ਰੋਗ ਹੈ ਮੈਨੂੰ ਲੱਗਾ ਮੇਰੀ ਕਿਸੇ ਗਲਤੀ ਕਾਰਨ ਨਹੀਂ। ਬਾਇਪੋਲਰ ਡਿਸਆਰਡਰ ਹੈ ਕੀ ਹੈ? ਸਵਾਏ ਡਾਕਟਰ ਦੇ ਇਹ ਕਹਿਣ 'ਤੇ ਕਿ ਇਹ ਸਾਰੀ ਜ਼ਿੰਦਗੀ ਤੁਹਾਡੇ ਨਾਲ ਹੀ ਚੱਲਣਾ ਹੈ, ਜਿਹੜੀ ਦਵਾਈ ਅਸੀਂ ਤੁਹਾਨੂੰ ਦੇ ਦਿੱਤੀ ਹੈਗੀ ਹੈ, ਇਹ ਤੁਹਾਨੂੰ ਖਾਣੀ ਹੀ ਪੈਣੀ ਹੈ। ਔਰ ਕੈਂਸਰ ਦਾ ਜਾਂ ਹੋਰ ਜਿਤਨੀਆਂ ਬਿਮਾਰੀਆਂ ਹਨ ਉਹਦੇ 'ਚ 5% 10% ਹੁੰਦਾ ਇੱਕ ਚਾਂਸ ਕਿ ਉਹ ਠੀਕ ਹੋ ਜਾਏ, ਲੇਕਿਨ ਇਹ ਵਰਲਡ ਵਾਈਡ ਅਜੇ ਤੱਕ ਬਹੁਤ ਮੁਸ਼ਕਲ ਹੈ ਕਿ ਕੋਈ ਇਸ ਬਾਰੇ ਪੱਕਾ ਤੌਰ ਦੇ ਉੱਤੇ ਜਾਂ ਪੱਕੀ ਦਵਾਈ ਜਾਂ ਕਦੋਂ ਦਵਾਈ ਛੁੱਟ ਜਾਏਗੀ ਇਹਦਾ ਕੋਈ ਹੋਇਆ ਹੋਵੇ। ਮੈਂ ਇੱਕ ਪੈਨਸ਼ਨਰ ਹਾਂ, ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੈ ਅਤੇ ਗੌਰਮੈਂਟ ਵੱਲੋਂ ਵੀ ਜਿਹੜੀ ਹੈ ਕੋਈ ਇਸ ਤਰ੍ਹਾਂ ਦੀ ਸਕੀਮ ਨਹੀਂ ਹੈਗੀ। ਉਹਨਾਂ ਦੇ ਆਪਣੇ ਕਾਨੂੰਨ ਹਨ ਔਰ ਤੁਸੀਂ 7-8 ਹਜ਼ਾਰ ਰੁਪਇਆ ਖਰਚ ਕਰਦੇ ਹੋ। ਥੋੜ੍ਹਾ ਜਿਹਾ ਦੁੱਖਦਾ ਤਾਂ ਹੈ, ਪਰ ਕੋਈ ਨਹੀਂ, ਪਰਮਾਤਮਾ ਨੇ ਦਿੱਤਾ ਵੀ ਬਹੁਤ ਕੁਛ ਹੈ। ਅਨੰਦਪੁਰ ਸਾਹਿਬ 'ਚ ਜੰਮਿਆ, 3 ਅਸੀਂ ਭਰਾ, 2 ਭੈਣਾਂ ਅਤੇ 6ਵੀਂ ਮਾਂ। ਇੱਕ 18x12 ਦੇ ਇੱਕੋ ਹੀ ਕਮਰੇ ਵਿੱਚ ਅਸੀਂ ਉੱਥੇ ਰਹੇ ਹੈਗੇ, ਥੱਲੇ ਚਾਦਰਾਂ ਵਿਛਾ ਕੇ ਸੌਂਦੇ ਰਹੇ ਹਾਂ। ਨਾ ਉੱਥੇ ਟੋਇਲਟ ਸੀਗਾ, ਨਾ ਉੱਥੇ ਬਿਜਲੀ ਸੀਗੀ, ਨਾ ਉੱਥੇ ਪਾਣੀ ਸੀਗਾ। ਚਰਨ ਗੰਗਾ ਨਦੀ ਹੈ ਅਨੰਦਪੁਰ ਸਾਹਿਬ ਦੇ ਵਿੱਚ, ਜਿੱਥੇ ਸਾਡੀ ਮਾਂ ਸਾਨੂੰ ਫੜ ਕੇ ਲੈ ਜਾਂਦੀ ਸੀਗੀ। ਹਫ਼ਤੇ ਬਾਅਦ ਕੇਸ ਧੋਣੇ ਹੁੰਦੇ ਸੀਗੇ ਅਤੇ ਉਹ ਉੱਥੇ ਜਾ ਕੇ ਅਸੀਂ ਕਰਦੇ ਸੀਗੇ। ਘਰ ਕਿਉਂਕਿ ਲਾਈਟ ਨਹੀਂ ਸੀਗੀ ਅਤੇ 7-8 ਸਾਲ ਜਿਹੜੀਆਂ ਛੋਟੀਆਂ ਕਲਾਸਾਂ ਹੀ ਸੀਗੀਆਂ ਉਹਦੇ ਵਿੱਚ ਹੀ ਕਿਸੇ ਤੋਂ ਕਿਤਾਬ ਉਧਾਰੀ ਲੈਣੀ। ਗੁਰਦੁਆਰਾ ਸਾਹਿਬ ਸੀਸਗੰਜ ਸਾਹਿਬ ਹੈ, ਉੱਥੇ ਜਾ ਕੇ ਬਹਿ ਜਾਣਾ। ਉੱਥੋਂ ਦੀ ਜਿਹੜੀ ਲਾਈਟ ਸੀਗੀ ਉਹਦੇ ਵਿੱਚ ਆਪਣਾ ਕੰਮ ਕਰਨਾ ਅਤੇ ਉਹ ਇੱਕ ਲੜਕਾ, ਉਹ ਜ਼ਿਮੀਂਦਾਰ ਦਾ ਲੜਕਾ ਸੀਗਾ ਜਿਹਦੀ ਮੈਂ ਕਿਤਾਬ ਲਿਆਉਂਦਾ ਹੁੰਦਾ ਸੀਗਾ ਅਤੇ ਉਹ ਮੈਨੂੰ ਕਿਤਾਬ ਆਪਣੀ ਇਸ ਸ਼ਰਤ 'ਤੇ ਦਿੰਦਾ ਸੀ ਕਿ ਉਹਦਾ ਹੋਮਵਰਕ ਵੀ ਮੈਂ ਕਰਾਂ। ਸੋ ਖੈਰ, ਕਿਉਂਕਿ ਆਮਦਨ ਦਾ ਸਾਧਨ ਕੋਈ ਨਹੀਂ ਸੀਗੇ, ਪਿਤਾ ਜੀ ਕੰਮ ਦੀ ਭਾਲ ਦੇ ਵਿੱਚ ਜੰਮੂ ਦੇ ਚਲੇ ਗਏ ਔਰ ਅਸੀਂ ਥੋੜ੍ਹੀ ਬਹੁਤੀ, ਮੈਂ ਵੱਡਾ ਸੀਗਾ ਸਭ ਤੋਂ, ਤਾਂ ਮੈਂ ਕੁਛ ਨਾ ਕੁਛ ਚਲੋ ਮਿਲ ਜਾਏ ਅਤੇ ਮੈਂ ਉੱਥੇ ਪਗੜੀਆਂ ਜੋ ਰੰਗ ਦੇ ਹਨ ਉਹਨਾਂ ਨੂੰ ਸ਼ਾਇਦ ਹੁਣ ਦੀ ਜਨਰੇਸ਼ਨ ਨੂੰ ਤਾਂ ਨਾ ਪਤਾ, ਪਰ ਲਲਾਰੀ ਕਹਿੰਦੇ ਆ, ਅਤੇ ਉਹਦੇ ਨਾਲ ਕੋਲ ਜਾ ਕੇ ਆਪਣਾ ਉਹਦੀਆਂ ਪਗੜੀਆਂ ਨੂੰ ਸਟਾਰਚ ਲਾਉਂਦੇ ਹੁੰਦੇ ਸੀ। ਉਸ ਵੇਲੇ ਬੜਾ ਰਿਵਾਜ਼ ਸੀਗਾ ਕਿ ਉਹ ਪਗੜੀ ਨੂੰ ਐਨ ਆਪਣਾ ਚੰਗੀ ਤਰ੍ਹਾਂ ਉਹਨੂੰ ਸਟਾਰਚ ਨੂੰ ਮਾਇਆ ਕਹਿੰਦੇ ਸੀਗੇ ਉਸ ਵੇਲੇ, ਅਤੇ ਉਹ ਲਗਾ ਕੇ ਉਹਨੂੰ ਸੁਕਾ ਕੇ ਤਾਂ ਕਿ ਉਹ ਜਦੋਂ ਪੂਰੀ ਆਕੜ ਜਾਂਦੀ ਸੀਗੀ ਅਤੇ ਉਹ ਮੈਨੂੰ 16 ਪਗੜੀਆਂ ਮੈਂ ਸੁਕਾਉਂਦਾ ਹੁੰਦਾ ਸੀਗਾ। 16 ਪਗੜੀਆਂ ਸੁਕਾਉਣ ਦਾ ਮੈਨੂੰ ਉਹ ਜਿਹੜਾ ਲਲਾਰੀ ਸੀਗਾ ਇੱਕ ਆਨਾ ਦਿੰਦਾ ਹੁੰਦਾ ਸੀਗਾ। ਅਤੇ ਸਵੇਰੇ ਉੱਠ ਕੇ ਮੈਂ
ਬਾਹਰ ਜਾ ਕੇ ਦੇਖਦਾ ਹੁੰਦਾ ਸੀਗਾ। ਸਟ੍ਰੈਸ ਤੁਹਾਨੂੰ ਤਾਂ ਮੈਂ ਦੱਸ ਰਿਹਾ ਕਿ ਸਟ੍ਰੈਸ ਦੇਖੋ ਸ਼ੁਰੂ ਕਦੋਂ ਹੋ ਗਿਆ। ਸਵੇਰੇ ਉੱਠ ਕੇ ਪਹਿਲਾਂ ਬਾਹਰ ਦੇਖਣਾ ਕਿ ਕਿਤੇ ਬੱਦਲ ਤਾਂ ਨਹੀਂ ਹੈ, ਅੱਜ ਬਾਰਿਸ਼ ਤਾਂ ਨਹੀਂ ਹੋਏਗੀ, ਕਿਉਂਕਿ ਅਗਰ ਬੱਦਲ ਹੈ ਜਾਂ ਬਾਰਿਸ਼ ਹੈ ਤੇ ਉਹ ਜਿਹੜੀ ਸਟਾਰਚ ਹੈਗੀ ਉਹ ਪਗੜੀਆਂ ਤੇ ਨਹੀਂ ਚੜ੍ਹੇਗੀ, ਔਰ ਉਹ ਨਹੀਂ ਚੜ੍ਹੇਗੀ ਤੇ ਉਹ ਪਗੜੀਆਂ ਨੂੰ ਨਹੀਂ ਲਗਾਏਗਾ ਤੇ ਮੈਨੂੰ ਜੋ ਉਹਨੇ ਅਗਰ ਮੈਂ ਇਹਨੂੰ ਇੱਕ ਆਨਾ ਮਿਲਣਾ ਮੈਨੂੰ ਨਹੀਂ ਮਿਲਣਾ। ਔਰ ਉੱਥੋਂ ਮੈਂ ਕਾਰਨ ਹੁਣ ਤੁਹਾਨੂੰ ਦੁੱਖ ਹੋਏਗਾ ਜੇ ਮੈਂ ਤੁਹਾਡੇ ਸਾਰੇ ਨਾਲ ਕਰਾਂ, ਇਸ ਕਰਕੇ ਛੁਪਾ ਰਿਹਾ। ਤੇ ਰੋਪੜ ਅਸੀਂ ਆ ਗਏ। ਖੈਰ ਲੰਬੀ ਗੱਲ, ਉੱਥੇ ਕੀ ਹੋਇਆ, ਬਹੁਤ ਕੁਝ ਹੋਇਆ ਉੱਥੇ ਵੀ। ਅੱਛੀ ਪੜ੍ਹਾਈ ਕਰਦਾ ਸੀਗਾ ਉਹ, ਠੀਕ ਹੈ ਕਿ ਮੈਂ ਪੂਰਾ ਉਸ ਵੇਲੇ ਮਾਲਾ 'ਚ ਰੋਪੜ ਡਿਸਟ੍ਰਿਕਟ ਹੁੰਦਾ ਸੀਗਾ ਅਤੇ ਉੱਥੇ ਜਾ ਕੇ ਜਦੋਂ ਰਿਜ਼ਲਟ ਆਇਆ ਅਤੇ ਮੈਂ ਉਹਦੇ ਵਿੱਚ ਫਸਟ ਆ ਗਿਆ ਅਤੇ ਸਾਰਾ ਸਕੂਲ ਮੈਨੂੰ ਰਿਕਸ਼ੇ 'ਤੇ ਬਿਠਾ ਕੇ ਅਤੇ ਸਾਡੇ ਟੀਚਰ ਜਿਹੜੇ ਸੀਗੇ ਨਾਲ ਅੱਗੇ ਜਿੱਦਾਂ ਬਰਾਤ ਜਾਂਦੀ ਹੁੰਦੀ ਹੈ ਇੱਦਾਂ ਬੈਂਡ ਬਾਜੇ ਲਾ ਕੇ ਪਿੱਛੇ ਸਾਰਾ ਸਕੂਲ ਖਾਲਸਾ ਹਾਈ ਸਕੂਲ ਜਿਹੜਾ ਹੈ ਰੋਪੜ ਦਾ, ਉਹ ਸਾਰੇ ਬੱਚੇ ਅੱਗੇ ਪਿੱਛੇ ਜਿੰਦਾਬਾਦ ਜਿੰਦਾਬਾਦ ਕਰਦੇ ਉੱਥੇ ਉਹ ਲੱਗੇ ਸੀਗੇ। ਗੁਰਬਖਸ਼ ਸਿੰਘ ਸ਼ੇਰਗਿੱਲ ਤਾਂ ਸਾਰਿਆਂ ਨੂੰ ਫੇਮਸ ਨਾਂ ਹੈ, ਗੁਰੂ ਗੋਬਿੰਦ ਸਿੰਘ ਕਾਲਜ ਦੇ ਸੀਗੇ। ਜਦੋਂ ਇਹਨਾਂ ਨੇ ਦੇਖਿਆ ਕਿ ਇੱਕ ਬੱਚਾ ਇਹ ਬੜਾ ਇੰਟੈਲੀਜੈਂਟ ਔਰ ਬੜੇ ਅੱਛੇ ਮਾਰਕਸ ਲੈ ਕੇ ਆਇਆ ਹੈਗਾ, ਸੋ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ। ਕੰਟੈਕਟ ਕਰਕੇ ਮੈਨੂੰ ਕਿਹਾ ਕਿ ਅਸੀਂ ਤੁਹਾਨੂੰ ਬੇਟਾ ਤੁਸੀਂ ਇੱਥੇ ਚੰਡੀਗੜ੍ਹ ਆ ਜਾਓ, ਸਾਡੇ 26 ਸੈਕਟਰ ਜਿਹੜਾ ਕਾਲਜ ਹੈਗਾ ਉੱਥੇ ਤੁਹਾਨੂੰ ਅਸੀਂ ਆਪਣਾ ਹੋਸਟਲ 'ਚ ਰਹੋ, ਹੋਰ ਕੋਚਿੰਗ ਦਾਂਗੇ ਅਤੇ ਤੁਸੀਂ ਆਪਣਾ ਨਾਮ ਚਮਕਾਓ, ਸਾਡੇ ਕਾਲਜ ਦਾ ਨਾਮ ਚਮਕਾਓ। ਮੈਂ ਉਹਨੂੰ ਕਿਹਾ ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ ਹੈ, ਭੈਣ ਭਰਾਵਾਂ ਨੂੰ ਕਰਨ ਨੂੰ। ਕਹਿੰਦੇ ਨਹੀਂ ਕੋਈ ਨਹੀਂ, ਸਾਰਾ ਕੁਛ ਅਸੀਂ ਕਰਾਂਗੇ। ਠੀਕ ਹੈ। ਅਤੇ ਕਿੰਨਾ ਚਿਰ ਉਹਨੇ ਮੈਨੂੰ ਰੱਖਿਆ, ਕਿੰਨਾ ਚਿਰ ਹੋਸਟਲ ਦੀ ਆਪਣਾ ਮੈਨੂੰ ਖਾਣੇ ਦਾ ਬਿੱਲ ਦਿੰਦੇ ਰਹੇ। ਕੁਛ ਚਿਰ ਬਾਅਦ ਜਦੋਂ ਮੈਂ ਪ੍ਰੀ ਮੈਡੀਕਲ ਦੀ ਸ਼ੁਰੂ ਕੀਤੀ ਸੀਗੀ ਅਤੇ ਮੈਨੂੰ ਹੀਰੋ ਉਹਨਾਂ ਨੇ ਬੰਦ ਕਰਤਾ। ਮੈਨੂੰ ਕਹਿੰਦੇ ਅਸੀਂ ਕਾਲਜ ਦਾ ਫੀਸ ਵਗੈਰਾ ਤਾਂ ਸਾਰੀ ਮਾफ़ ਕਰਤੀ ਹੈ, ਲੇਕਿਨ ਇਹ ਜਿਹੜਾ ਕੰਟੀਨ ਦਾ ਖਰਚਾ ਹੈ ਤੁਹਾਨੂੰ ਦੇਣਾ ਪਏਗਾ, ਕਿਉਂਕਿ ਮੇਰੇ ਸਾਧਨ ਹੀ ਕੋਈ ਨਹੀਂ ਸੀਗੇ, ਇਸ ਕਰਕੇ ਮੈਨੂੰ ਛੱਡਣਾ ਪਿਆ। ਅਤੇ ਫਿਰ ਮੈਂ ਇੱਧਰ ਜਿੱਦਾਂ ਛੁਪ ਕੇ ਕਿ ਮੈਂ ਆਪਣੀ ਮਾਂ ਨੂੰ ਆਪਣੇ ਬੜੀਆਂ ਉਹਨਾਂ ਨੇ ਆਸਾਂ ਨਾਲ ਮੈਨੂੰ ਤੋਰਿਆ ਸੀਗਾ ਕਿ ਉੱਥੇ ਭੇਜਿਆ ਸੀਗਾ। ਬੜੇ ਰੋਈ ਸੀ ਮੇਰੀ ਮਾਂ ਜਿੱਦਣ ਮੈਂ ਕਿਹਾ ਕਿ ਮੈਂ ਹੁਣ ਚੰਡੀਗੜ੍ਹ ਹੀ ਰਹਿਣਾ ਹੈਗਾ। ਅਤੇ ਉਹ ਜਦੋਂ ਮੈਨੂੰ ਉੱਥੋਂ ਮੈਨੂੰ ਨਿਕਲਣਾ ਪਿਆ, ਛੱਡਣਾ ਪਿਆ, ਵਾਪਸ ਆ ਗਿਆ, ਫਿਰ ਕੋਈ ਚਾਰਾ ਨਹੀਂ ਸੀਗਾ। ਫਿਰ ਮੈਂ ਨੌਕਰੀ ਲੱਭਣੀ ਸ਼ੁਰੂ ਕੀਤੀ। ਸੋ 13 ਤੋਂ 68 ਨੂੰ ਮੈਨੂੰ ਪੰਜਾਬ ਸਿਵਲ ਸੈਕਟਰੀਏਟ ਵਿੱਚ 60 ਰੁਪਏ ਦਾ ਸਕੇਲ ਸੀਗਾ, ਉਹਦੇ 'ਚ ਇੱਕ ਡੇਲੀ ਵੇਜ ਕਲਰਕ ਦੇ ਤੌਰ ਦੇ ਉੱਤੇ ਮੈਨੂੰ ਨੌਕਰੀ ਮਿਲ ਗਈ। 13 ਫਰਵਰੀ 1968 ਨੂੰ ਮੈਂ ਜੁਆਇਨ ਕੀਤਾ ਅਤੇ ਅੱਗੇ ਜੋ 1 ਤਰੀਕ ਨੂੰ ਜਾ ਕੇ ਤਨਖਾਹ ਮਿਲਣੀ ਸੀਗੀ। ਸੋ ਮੁਸ਼ਕਿਲ ਇਹ ਆ ਗਈ ਕਿ ਰੋਪੜ ਤੋਂ ਚੰਡੀਗੜ੍ਹ ਕਿਸ ਤਰ੍ਹਾਂ ਆਉਣਾ, ਕਿਸ ਤਰ੍ਹਾਂ ਹੈ, ਕਿਉਂਕਿ ਕਿਰਾਏ ਵਾਸਤੇ ਪੈਸੇ ਨਹੀਂ ਸੀ ਬੱਸ ਦੇ। ਤਾਂ ਮੈਂ ਸਾਈਕਲ ਲੈ ਕੇ, ਉਸ ਵੇਲੇ ਫੈਬਰਵਰੀ ਦੇ ਵਿੱਚ ਮੈਕਸੀਮਮ ਠੰਡ ਹੁੰਦੀ ਸੀਗੀ, ਸੋ ਮੈਂ ਆਪਣੇ ਕਿਸੇ ਦਾ ਜਾਣਕਾਰ ਦਾ ਪੁਰਾਣਾ ਜਿਹਾ ਸਾਈਕਲ ਸੀਗਾ ਉਹ ਲੈ ਕੇ, ਉੱਥੋਂ ਗਰਮ ਕੱਪੜੇ ਵੀ ਨਹੀਂ ਸੀਗੇ ਬਹੁਤੇ, ਅਤੇ ਉੱਥੋਂ ਰੋਪੜ ਤੋਂ ਮੈਂ ਚੱਲਣਾ। ਸੋ 45 ਕਿਲੋਮੀਟਰ ਦਾ ਸਫ਼ਰ ਜਿਹੜਾ ਹੈਗਾ ਉਹ ਕਰਨਾ, ਔਰ 45 ਕਿਲੋਮੀਟਰ ਦਾ ਸਫ਼ਰ ਫਿਰ ਵਾਪਸ ਕਰਨਾ। ਅਤੇ ਇੱਕ ਵਾਰ ਅਸੀਂ ਮੇਰੇ ਮਾਂ ਬੜੇ ਧਾਰਮਿਕ ਖਿਆਲਾਂ ਦੇ ਸੀਗੇ, ਫਿਰ ਉਹ ਵੀ ਚਲੇ ਗਏ ਸਾਂਭਾ ਜੰਮੂ ਪਾਸ ਮੇਰੇ ਫਾਦਰ ਨੂੰ ਕਿ ਤੁਸੀਂ ਆਪਣਾ ਵਾਪਸ ਆਓ। ਇੱਦਾਂ ਬਾਹਰ ਰਹਿ ਕੇ ਤਾਂ ਬੜਾ ਮੁਸ਼ਕਿਲ ਹੈ ਸਾਡੇ ਸਾਰਿਆਂ ਵਾਸਤੇ, ਕਿਉਂਕਿ ਉੱਥੇ ਵੀ ਅਸੀਂ ਰੋਪੜ ਇੱਕ ਬਹੁਤ ਛੋਟੇ ਜਿਹੇ ਇੱਕੋ ਹੀ ਕਮਰੇ ਵਿੱਚ ਰਹਿੰਦੇ ਸੀਗੇ, ਉੱਥੇ ਵੀ ਕੋਈ ਟੋਇਲਟ ਨਹੀਂ ਸੀਗਾ, ਪਾਣੀ ਵੀ ਬਾਹਰੋਂ ਲਿਆਉਂਦੇ ਸੀ। ਉਸ ਵੇਲੇ ਘੜੇ ਹੁੰਦੇ ਸੀ ਕਿ ਘੜੇ ਭਰ ਕੇ ਲਿਆਉਣਾ ਹੈਗਾ ਜੋ ਵੀ ਸੀਗਾ। ਅਤੇ ਉਹ 60 ਰੁਪਏ ਦੀ ਨੌਕਰੀ ਤਾਂ ਮਿਲ ਗਈ। ਹੁਣ ਉਹ ਜਿਹੜੇ ਬਾਕੀ ਉਹ ਦਿਨ ਜਦੋਂ ਤਨਖਾਹ ਤੱਕ ਦਾ ਦਿਨ ਸੀ, ਕਰਨਾ ਕੀ, ਸਾਈਕਲ 'ਤੇ ਆਉਣਾ ਸ਼ੁਰੂ ਕੀਤਾ, 45 ਕਿਲੋਮੀਟਰ ਸਫ਼ਰ ਕਰਨਾ, 45 ਨੂੰ ਵਾਪਸ ਕਰਨਾ। ਸਾਡੀ ਮਾਂ ਨੇ ਮੈਨੂੰ ਕਿਹਾ ਸੀਗਾ ਇਹ ਕਿ ਤੁਸੀਂ ਮੈਂ ਚੱਲੀ ਹੈਗੀ ਹਾਂ ਅਤੇ ਗੁਰਦੁਆਰਾ ਸਾਹਿਬ, ਗੁਰਦੁਆਰਾ ਸਿੰਘ ਸਭਾ ਸੀਗਾ, ਕਿ ਉੱਥੇ ਪ੍ਰਸ਼ਾਦ ਜ਼ਰੂਰ ਚੜ੍ਹਾਉਣਾ ਤੁਸੀਂ। ਘੁੰਗਣੀਆਂ ਦਾ ਪ੍ਰਸ਼ਾਦ ਕਹਿੰਦੇ, ਕਾਲੇ ਛੋਲੇ ਹੁੰਦੇ, ਉਹਨਾਂ ਨੂੰ ਬੋਇਲ ਕਰਨਾ, ਬੋਇਲ ਕਰਕੇ ਅਤੇ ਉਹ ਜਿਹੜੇ ਪ੍ਰਸ਼ਾਦ ਹੈਗਾ ਸੀ ਗੁਰਦੁਆਰਾ ਸਾਹਿਬ 'ਚ ਚੜ੍ਹਾ ਦਿੰਦੇ ਸੀਗੇ। ਅਤੇ
ਜਿਹੜਾ ਉਹਦਾ ਪਾਣੀ ਆਪਣਾ ਹੁੰਦਾ ਸੀਗਾ, ਉਸ ਨੂੰ ਪ੍ਰਸ਼ਾਦ ਚੜ੍ਹਾਉਣ ਤੋਂ ਬਾਅਦ ਉਹ ਜਿਹੜਾ ਹੁੰਦੀ ਸੀਗਾ ਪਾਣੀ, ਉਹਦੇ 'ਚ ਨਮਕ ਵਗੈਰਾ ਥੋੜ੍ਹੀ ਬਹੁਤੀ ਮਿਰਚ ਪਾ ਕੇ ਅਤੇ ਰਾਈਸ ਲੈ ਕੇ ਅਤੇ ਉਸ ਵੇਲੇ ਅਸੀਂ ਉਹਨੂੰ ਮਤਲਬ ਅਸੀਂ 5 ਜਣੇ ਅਸੀਂ ਉਹਨੂੰ ਮਤਲਬ ਖਾ ਲੈਂਦੇ ਸੀਗੇ। ਔਰ ਮੈਂ ਮਨਜੀਤ ਸਿੰਘ ਨਾਰੰਗ, ਉਹਨਾਂ ਨੂੰ ਪਤਾ ਨਹੀਂ ਹੈ, ਮੇਰੇ ਕੋਲ SDM ਰਹੇ ਹੈ ਆਪਣਾ, ਜਦ ਮੈਂ ਪਟਿਆਲੇ ਰਿਹਾ ਮੇਰੇ ਕੋਲ SDM ਨਾਰੰਗ, ਮਨਜੀਤ ਸਿੰਘ ਨਾਰੰਗ ਉਹ ਰਹੇ ਹੈਗੇ ਆ। ਉਹਨਾਂ ਦੇ ਪਿਤਾ ਜੀ ਦਾ ਉੱਥੇ ਅੱਛੀ ਇਹਦੀ ਕਰਿਆਨੇ ਦੀ ਦੁਕਾਨ ਸੀਗੀ। ਉਹ ਇੰਨੇ ਸੰਤ ਸੁਭਾਅ ਦੇ ਸੀਗੇ, ਕਿਉਂਕਿ ਅਸੀਂ ਜਾਣਾ ਉੱਥੋਂ ਜਾ ਕੇ ਅਸੀਂ ਉਹਨਾਂ ਨੂੰ ਕਹਿਣਾ ਜੀ ਸਾਨੂੰ ਅੱਜ 2 ਕਿਲੋ ਦੇ ਦਿਓ ਕਾਲੇ ਛੋਲੇ, ਦੇ ਦਿਓ ਇੰਨੇ ਚਾਵਲ ਦੇ ਦਿਓ। ਉਹਨਾਂ ਨੇ ਕਦੀ ਨਾ ਨਹੀਂ ਕੀਤੀ। ਨਾਰੰਗ ਸਾਹਿਬ ਤਾਂ ਡਿਪਟੀ ਕਮਿਸ਼ਨਰ ਵੀ ਰਹੇ, ਫਿਰੋਜ਼ਪੁਰ ਰਹੇ ਹੈਗੇ ਆ, ਮੈਨੇਜਿੰਗ ਡਾਇਰੈਕਟਰ ਰਹੇ ਇਹਦੇ ਪੰਜਾਬ PRTC ਦੇ। ਮੇਰੇ ਵਾਂਗੂ ਉਹ ਵੀ ਅਸੂਲਾਂ ਦੇ ਪੱਕੇ ਸਟੈਂਡ ਲੈਣ ਵਾਲੇ ਸੀਗੇ। ਅਤੇ ਖੈਰ ਉਹ ਗੱਲ ਦਾ ਉਹਨਾਂ ਨੂੰ ਵੀ ਮੈਂ ਅੱਗੇ ਨਹੀਂ ਕਦੀ ਪਰ ਦੱਸਿਆ। ਉਹ ਪੈਸੇ ਸਾਤੋਂ ਲੈਂਦੇ ਨਹੀਂ ਸੀ ਹੁੰਦੇ। ਤੋ ਮੈਂ ਇਹ ਗੱਲ ਤੁਹਾਡੇ ਨਾਲ ਜਿਹੜੀ ਕਰੀ ਹੈਗੀ ਹੈ, ਇਹ ਮੈਂ IAS ਤੋਂ ਰਿਜ਼ਾਈਨ ਕਰਤਾ। ਹੁਣ ਮੇਰੇ ਮੇਰਾ ਅੱਜ ਮੈਂ ਪਰੇਸ਼ਾਨ ਸੀਗਾ, ਮੇਰੀ ਬੇਟੀ ਦਾ ਫੋਨ ਆਇਆ। ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ ਅਤੇ ਉਦੋਂ ਮੇਰਾ ਸਾਨੇ-ਇਨ-ਲਾ ਰੁਪਿੰਦਰ ਬੜੇ ਚਾਅ ਦੇ ਨਾਲ ਮੈਲਬਰਨ ਆਸਟ੍ਰੇਲੀਆ ਤੋਂ ਆਇਆ ਸੀਗਾ, ਅਤੇ ਬੇਟੀ ਨੂੰ ਚੰਗਾ ਨਹੀਂ ਸੀ ਲੱਗਦਾ। ਉਹ ਕਹਿੰਦੇ ਸਿਆਸਤ 'ਚ ਪਾਪਾ ਕਿਉਂ ਤੁਸੀਂ ਪੈਂਦੇ ਹੈਗੇ ਹੋ। ਖੈਰ ਮੇਰੇ ਕਿਉਂਕਿ ਸਿਸਟਮ ਦੇ ਖਿਲਾਫ ਇੰਨਾ ਤਕਲੀਫ ਸੀ, ਦੁੱਖ ਸੀਗਾ, ਅਤੇ ਅਸੀਂ ਉਸ ਵੇਲੇ ਬੜੇ ਚਾਅ ਦੇ ਨਾਲ ਜੁਆਇਨ ਵੀ ਕੀਤੀ। ਬੜਾ ਉਸ ਵੇਲੇ ਦੇ ਸਾਰੇ TV ਚੈਨਲਾਂ ਦੇ ਉੱਤੇ, ਉਸ ਵੇਲੇ ਦੇ YouTube ਦੇ ਉੱਤੇ ਜਿਹੜੀ ਮੇਰੀ ਜੁਆਇਨਿੰਗ ਹੈਗੀ ਆ, ਸੰਜੇ ਸਿੰਘ MP ਜਿਹੜੇ ਹੈਗੇ ਆ, ਅਤੇ ਛੋਟੇ ਸਾਹਿਬ ਉਸ ਵੇਲੇ ਪ੍ਰਧਾਨ ਸੀਗੇ, ਅਤੇ ਉਸ ਵੇਲੇ ਮੈਂ ਉਹ ਪਾਰਟੀ ਜੁਆਇਨ ਕਰ ਲਈ ਸੀਗੀ। ਅਤੇ ਹੁਣ ਪਿੱਛੇ ਜੇ ਸੈਪਟੰਬਰ ਦੇ ਵਿੱਚ ਸ਼੍ਰੀ ਸੰਜੇ ਸਿੰਘ MP ਬੜਾ ਮੇਰਾ ਸਤਿਕਾਰ ਕਰਦੇ, ਪਿਆਰ ਕਰਦੇ ਹੈਗੇ ਆ। ਔਰ ਉਹਨਾਂ ਨੇ ਇੱਥੇ ਆਪਣੇ 3-4 MLA ਸੀਗੇ, 30-40 ਬੰਦੇ ਮੇਰੇ ਘਰੇ ਆ ਗਏ ਸੀਗੇ। ਮੈਨੂੰ ਬਿਠਾਉਣਾ ਵੀ ਮੁਸ਼ਕਿਲ ਹੋ ਗਿਆ ਸੀਗਾ। ਅਤੇ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ 'ਚੋਂ ਅਗਰ ਉਹਨਾਂ ਨੂੰ ਆਪਣੇ MLA ਨੂੰ, ਸਾਥੀਆਂ ਨੂੰ ਕਹਿੰਦੇ ਸੀਗੇ, ਪੰਜਾਬ 'ਚੋਂ ਅਗਰ मैंने कुछ कमाया है तो ये मेरा वीर भाई है, इसका प्यार मेरे को मिला है। मैं सोचता हूँ मेरे को कितनी दौलत मेरे को मैं यहाँ से लेके गया हूँ। तो वो 2 ਵਾਰ ਆਏ ਮੇਰੇ ਕੋਲ। ਪਿਛਲੇ ਦਸੰਬਰ ਦੇ ਵਿੱਚ ਸਾਹ ਜਰਨੈਲ ਸਿੰਘ ਜਿਹੜੇ ਹੈਗੇ ਆ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ, ਉਹ ਵੀ ਘਰੇ ਆਏ ਸੀਗੇ। ਅਤੇ ਕੀ ਗੱਲਾਂ ਹੋਈਆਂ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਨਹੀਂ ਚੰਗਾ ਨਹੀਂ ਲੱਗਦਾ ਇਸ ਵੇਲੇ ਕਿ ਮੈਂ ਇਹ ਐਸਾ ਸਮਾਂ ਜਿਹਦੇ ਵੇਲੇ ਉਸ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਕਿ ਉਹ ਸੰਜੇ ਸਿੰਘ ਜੀ ਨਾਲ ਜਾਂ ਆਪਣੇ ਸਾਹ ਜਰਨੈਲ ਸਿੰਘ ਨਾਲ ਕੀ ਮਤਲਬ ਸੰਜੇ ਸਿੰਘ ਜੀ ਨੇ ਕੀ ਕੁਛ ਮੈਨੂੰ ਕਿਹਾ ਹੋਏਗਾ। ਮੈਂ ਤੁਹਾਨੂੰ ਇੰਨਾ ਹੀ ਹੈ। ਮੈਨੂੰ ਅਖੀਰ ਫਿਰ ਉਹਨਾਂ ਨੂੰ ਦੱਸਣਾ ਪਿਆ ਕਿ ਮੈਂ ਤਾਂ ਪੇਸ਼ੈਂਟ ਹੈਗਾ ਜੀ ਬਾਇਪੋਲਰ ਡਿਸਆਰਡਰ ਦਾ। ਜਦੋਂ ਮੈਂ ਇਹ ਐਸਾ ਹੈ 3 ਮਹੀਨੇ ਮੈਂ ਅਗਰ ਠੀਕ ਹੈਗਾ ਅਤੇ ਮੈਂ ਬਹੁਤ ਐਕਟਿਵ, ਜੋ ਠੀਕ ਹੈਗਾ 3 ਘੰਟੇ ਮੇਰੀ ਸਲੀਪ ਹੈ ਮੈਕਸੀਮਮ, 21 ਆਵਰਸ ਮੈਂ ਜਾਗਦਾ ਰਹਿੰਦਾ, ਕੰਮ ਕਰਦਾ ਰਹਿੰਦਾ ਹੈਗਾ। ਜਿੰਨੇ ਮੇਰੇ ਪੈਂਡਿੰਗ ਪਏ ਹੁੰਦੇ ਕੰਮ ਫੇਸਬੁੱਕ 'ਤੇ, ਸੋਸ਼ਲ ਮੀਡੀਆ ਦੇ ਉੱਤੇ, ਹੋਰ ਮੈਂ ਜੇ ਕੋਈ ਆਰਟੀਕਲਸ ਲਿਖਣੇ ਹੈਗੇ, ਹਰ ਤਰ੍ਹਾਂ ਦਾ ਜਿਹੜਾ ਮੈਂ ਇੰਨਾ ਐਕਟਿਵ ਔਰ ਇੰਨਾ ਐਨਰਜੈਟਿਕ ਰਹਿੰਦਾ। ਅਤੇ ਜਦੋਂ ਮੇਰਾ ਦੂਸਰਾ ਸਟੇਜ ਆਉਂਦੀ ਹੈਗੀ ਲੋਅ ਵਾਲੀ, ਅਤੇ ਉਹਦੇ ਵਿੱਚ ਮੈਂ 21 ਘੰਟੇ ਆਪਣੇ ਬੈੱਡ 'ਤੇ ਹੀ ਪਿਆ ਰਹਿੰਦਾ। ਔਰ ਉੱਥੇ ਹੀ ਮੈਂ ਰੋਟੀ ਖਾਣੀ ਹੈ, ਉੱਥੇ ਹੀ ਸੌਣਾ ਹੈਗਾ, ਉੱਥੇ ਹੀ ਜਾ ਕੇ ਨਾਲ ਮੇਰਾ ਬਾਥਰੂਮ ਹੈ, ਉਹਦੇ ਵਿੱਚ ਤਾਂ ਕਿ ਘਰ 'ਚ ਡਿਸਟਰਬੈਂਸ ਨਾ ਹੋਵੇ। ਬਾਥਰੂਮ ਦੇ ਵਿੱਚ ਹੀ ਆਪਣਾ ਕੁਛ ਸੁਣਨਾ ਕੀਰਤਨ ਵਗੈਰਾ ਗੁਰਬਾਣੀ, ਅਤੇ ਉਹਦੇ ਲਈ ਬਾਥਰੂਮ ਦੇ ਵਿੱਚ ਹੀ TV ਲੱਗਿਆ ਹੋਇਆ ਹੈਗਾ, ਬਾਥਰੂਮ 'ਚ ਹੀ ਏਅਰ ਕੰਡੀਸ਼ਨ ਲਾਇਆ ਹੋਇਆ ਹੈਗਾ। ਅਤੇ ਮੇਰਾ ਮਤਲਬ ਮੇਰੀ ਇਹ ਜਿਹੜੀ ਕੋਠੀ ਹੈ ਮੈਂ ਮਤਲਬ ਅੱਜ ਸ਼ੇਅਰ ਕੀਤੀ ਹੈਗੀ ਹੈ। ਆਪਣਾ ਪੋਲਨਮੀ ਹੈ, ਮੈਡਮ ਦੀਦੀ ਕਹਿੰਦੇ ਉਹਨੂੰ, ਸਾਰੇ ਉਹਨਾਂ ਦਾ ਕੋਰਸ ਕੀਤਾ ਹੈਗਾ। ਮੈਂ ਤੁਹਾਨੂੰ ਦੱਸਦਾ ਹੈਗਾ ਉਹ ਵੀ ਗੱਲ। ਅਤੇ ਇਹ ਜਿਹੜਾ ਸੀਗਾ ਇਹ ਕਮਰੇ 'ਚ ਰਹਿਣਾ। ਔਰ ਮੈਂ ਜਦੋਂ ਮੈਂ ਚੰਡੀਗੜ੍ਹ ਨੌਕਰੀ ਫਿਰ ਜੁਆਇਨ ਕਰੀ ਹੈਗੀ ਹੈ,
ਇੱਕ ਵਾਰ ਮੈਂ ਉੱਥੋਂ ਜਦੋਂ ਆ ਰਿਹਾ ਸੀ ਰੋਪੜ ਤੋਂ ਖਾਲੀ ਪੇਟ ਸੀਗਾ, ਕੱਪੜੇ ਬਹੁਤੇ ਗਰਮ ਨਹੀਂ ਸੀ ਹੁੰਦੇ, ਅਤੇ ਮੈਂ ਇੱਥੇ ਖਰੜ ਦੇ ਕੋਲ ਜਾ ਕੇ ਮੈਂ ਅਨਕੌਂਸ਼ੀਅਸ ਹੋ ਗਿਆ ਸੀਗਾ, ਘਬਰਾ ਗਿਆ ਸੀਗਾ। ਬਾਅਦ 'ਚ ਆਪਣੇ ਖੇਤਾਂ 'ਚੋਂ ਮੂਲੀ ਗਾਜਰਾਂ ਕੱਢ ਕੇ ਅਤੇ ਉਹ ਖਾ ਕੇ ਅਤੇ ਮੈਂ ਸੈਕਰਟੇਰੀਏਟ ਗਿਆ ਸੀਗਾ। ਔਰ ਉੱਥੇ ਜਾ ਕੇ ਕਿਉਂਕਿ ਜਦੋਂ ਲੰਚ ਟਾਈਮ ਹੋਇਆ ਅਤੇ ਮੈਂ ਇੱਕ ਚਪੜਾਸੀ ਜਿਹੜਾ ਸੀਗਾ, ਹਰੀ ਰਾਮ ਸੀਗਾ ਉਹਦਾ ਨਾਮ, ਅਤੇ ਉਹਦੇ ਕੋਲ ਉਹਦੇ ਬੈਂਚ ਦੇ ਬਾਹਰ ਬੈਠਾ ਹੁੰਦਾ, ਅਫਸਰਾਂ ਦੇ ਬਾਹਰ ਬੈਠੇ ਹੁੰਦੇ, ਲੰਚ ਟਾਈਮ ਦੇ ਉੱਤੇ ਸਾਰੇ ਚਲੇ ਗਏ, ਲੰਚ ਖਾਣ ਕੰਟੀਨ ਹੈ ਸਾਡੀ ਸੈਕਰਟੇਰੀਏਟ 'ਚ, ਅਤੇ ਮੈਂ ਉਹਦੇ ਕੋਲ ਬੈਠਾ ਸੀਗਾ। ਉਹਨੇ ਦੇਖਿਆ, ਕਾਕਾ ਤੁਸੀਂ ਚਲੇ ਜਾਓ, ਫਿਰ ਉੱਪਰ ਖਾਣਾ ਨਹੀਂ ਮਿਲਣਾ ਹੈਗਾ। ਅਖੀਰ ਉਹਨੇ ਮੈਨੂੰ ਕੱਢ ਕੇ ਆਪਣੇ ਡੱਬੇ 'ਚ ਰੋਟੀ ਦੇ ਦਿੱਤੀ ਸੀਗੀ। ਮੈਂ ਜਦੋਂ ਸੈਕਟਰੀ ਜਨਰਲ ਲੱਗਿਆ ਅਤੇ ਮੈਂ ਅਖੀਰ ਸਾਰਾ ਉਹਦਾ ਪੈਨਸ਼ਨ ਰਿਕਾਰਡ ਕਰਕੇ ਅਤੇ ਉਹ ਮੈਂ ਟਰੇਸ ਆਊਟ ਕਰ ਲਿਆ, ਕਿਉਂਕਿ ਮੈਂ ਸਾਰਾ ਜਦੋਂ ਮੈਂ ਸੈਕਟਰੀ ਜਨਰਲ ਐਡਮਿਨਿਸਟ੍ਰੇਸ਼ਨ ਲੱਗਿਆ ਤਾਂ ਕੁਦਰਤੀ ਗੱਲ ਹੈਗੀ ਨਾ ਕਿ ਕਿੱਥੋਂ ਮੈਂ ਸ਼ੁਰੂ ਕੀਤਾ ਹੈਗਾ ਔਰ ਕਿੱਥੇ ਜਾ ਕੇ ਆਪਣਾ ਉੱਥੇ ਉਸੇ ਸੈਕਰਟੇਰੀ ਵਿੱਚ ਸੈਕਟਰੀ ਜਨਰਲ ਲੱਗ ਗਿਆ, ਸਾਰੀ ਐਡਮਿਨਿਸਟ੍ਰੇਸ਼ਨ। ਅਤੇ ਉਹ ਪਹਿਲੀ ਚੀਜ਼ ਜਿਹੜੀ ਮੈਂ ਕਰੀ ਕਿ ਮੈਨੂੰ ਦੱਸੋ ਵੀ ਉਹਦਾ ਪੈਨਸ਼ਨ ਰਿਕਾਰਡ ਐਡਰੈਸ ਕਿਹੜਾ। ਖੈਰ ਉਹਦੇ ਗਏ ਅਸੀਂ ਜਾ ਕੇ, ਅਤੇ ਵਿਚਾਰੇ ਦੀ ਕੁਝ ਦਿਨ ਪਹਿਲਾਂ ਡੈਥ ਹੋ ਗਈ ਸੀਗੀ। ਇੱਕ 60 ਰੁਪਏ ਦਾ ਨੌਕਰੀ ਸ਼ੁਰੂ ਕਰਨੀ, ਹਰ ਵੱਡੇ ਤੋਂ ਵੱਡੇ, ਗਿਆਨੀ ਜੈਲ ਸਿੰਘ ਜੀ, ਮੇਰੀ ਵਾਈਫ ਨੇ ਕੈਨੇਡਾ ਤੋਂ ਆਉਣਾ ਸੀਗਾ ਉਸ ਵੇਲੇ, ਜਿਸ ਵੇਲੇ ਗਿਆਨੀ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦੇ ਸੀਗੇ, ਅਤੇ ਏਅਰ ਇੰਡੀਆ ਜਿਹੜੀ ਸੀਗੀ ਉਹ ਫਲਾਈਟ ਉਹੀ ਹੁੰਦੀ ਸੀਗੀ, ਅਤੇ ਉਹ ਕਿਸਮਸ ਕਰਕੇ ਰਸ਼ ਬੜਾ ਸੀਗਾ। ਤੁਸੀਂ ਵਿਸ਼ਵਾਸ ਕਰੋਗੇ ਕਿ ਇੱਕ ਰਾਸ਼ਟਰਪਤੀ ਜੀ ਦੀ ਮੈਂ ਮਦਦ ਲੈਣ ਨੂੰ ਕਿਹਾ ਕਿ ਜੀ ਮੈਨੂੰ ਮੇਰੀ ਵਾਈਫ ਨੂੰ ਲੈ ਦਿਓ, ਅਤੇ ਮਿਲਿਆ, ਮੈਂ ਸਿਰਫ ਇਹ ਦੱਸ ਰਿਹਾ, ਮਿਲਿਆ ਬਹੁਤ ਕੁਛ ਮਿਲਿਆ ਹੈਗਾ। ਲੇਕਿਨ ਜਿਹੜੀ ਇਹ ਤਕਲੀਫ ਮਿਲੀ ਹੈਗੀ ਹੈ, ਜਿਹੜੀ ਹੁਣ ਅੱਜ ਕਹਿੰਦੇ ਹੈਗੇ ਕਿ ਇਹਦਾ ਕੋਈ ਇਲਾਜ ਨਹੀਂ ਹੈਗਾ, ਅਤੇ ਮੈਂ ਜਿਸ ਵੇਲੇ, ਕਿਉਂਕਿ ਅਨੰਦਪੁਰ ਸਾਹਿਬ ਦਾ ਜੰਮਪਲ ਸੀਗਾ, ਮੈਂ ਜਿਸ ਦਿਨ ਵਿਸਾਖੀ ਵਾਲਾ ਦਿਨ ਸੀਗਾ, ਉਸ ਦਿਨ ਬਾਦਲ ਸਾਹਿਬ ਨੂੰ ਰਿਜ਼ਾਈਨ ਕੀਤਾ ਸੀਗਾ IAS ਤੋਂ, ਅਤੇ ਔਰ ਮੈਂ ਜਿਹੜਾ ਆਪਣਾ ਰੈਜ਼ੀਗਨੇਸ਼ਨ ਲੈਟਰ ਸੀਗਾ ਉਹਦੇ 'ਚ ਉਹਨੇ ਦੱਸਿਆ ਸੀ ਸਾਨੂੰ ਉਸ ਦਿਨ, ਮੈਂ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਦੇਸ਼ ਦਿੱਤਾ ਸੀਗਾ ਸਾਰੀ ਜਿਹੜੀ ਇੰਟਾਇਰ ਹਿਊਮਨ ਰੇਸ ਹੈ, ਉਹ ਜਿਹੜੀ ਹੈਗੀ ਹੈ ਉਹ ਯੂਫਾਰ ਜਿਹੜੇ ਮੇਰੇ ਸਿੱਖ ਹੋਣਗੇ, ਯੂਨੀਵਰਸਲ ਵੈਲਫੇਅਰ ਵਾਸਤੇ ਕੰਮ ਕਰਨਗੇ। ਅਤੇ ਉਸ ਗੁਰੂ ਦਾ ਜਿਹੜਾ ਸੰਦੇਸ਼ ਸੀਗਾ, ਸੋ ਮੈਂ ਕਿਸ ਤਰ੍ਹਾਂ ਕਰ ਸਕਦਾ ਸੀਗਾ ਕਿ ਜਿੱਥੇ ਦਾ ਮੈਂ ਪੈਦਾ ਹੋਇਆ ਹੋਵਾਂਗਾ, ਕਿਸੇ ਗੁਰਦੁਆਰੇ ਦੇ ਵਿੱਚ ਗੁਰਬਾਣੀ ਪੜ੍ਹ ਕੇ ਮੈਂ ਇਹ ਸਾਰਾ ਗੁਰੂ ਦੀ ਕਿਰਪਾ ਆਪਣੇ ਕੋਲ ਲਈ ਹੋਈ ਹੈਗੀ। ਮੈਂ ਪੜ੍ਹਦਾ ਹੁੰਦਾ ਸੀਗਾ, ਸੋਚਦਾ ਵੀ ਹੁੰਦਾ ਸੀਗਾ ਉਹਦੇ ਵਿੱਚ, ਅਤੇ ਜਿਹੜਾ ਰੈਜ਼ੀਗਨੇਸ਼ਨ ਲੈਟਰ ਮੈਂ ਬਾਦਲ ਸਾਹਿਬ ਨੂੰ ਭੇਜਿਆ ਉਹਦੇ ਵਿੱਚ ਲਿਖਿਆ ਸੀਗਾ, ਦੇਰ ਇਜ਼ ਏ ਗ੍ਰੇਟ ਨੀਡ ਟੂ ਬ੍ਰਿੰਗ ਇੰਪਰੂਵਮੈਂਟ in the ethical norms of the present administrative system, that no citizen who wants to avail government service becomes helpless and a victim of bureaucratic extortion due to corruption in the system. So ਇਹ ਮੇਰੇ ਉਹਦੇ ਵਿੱਚ ਇਹ ਚੀਜ਼ ਜਿਹੜੀ ਸੀਗੀ ਉਹਨਾਂ ਨੂੰ ਮੈਂ ਲਿਖੀ ਹੈਗੀ ਹੈ। ਮੈਨੂੰ ਸਿਰਫ ਤਾਂ ਦੱਸ ਰਿਹਾ ਕਿ ਮੇਰੇ ਵਿਚਾਰ ਇੱਦਾਂ ਦੇ ਸੀਗੇ ਤਾਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ। ਔਰ ਮੈਂ ਹਮੇਸ਼ਾ ਇਹ ਕਹਿੰਦਾ ਸੀਗਾ IAS ਵਾਸਤੇ, ਆਪਣੇ ਜਦੋਂ ਮੈਂ ਡਿਵੀਜ਼ਨਲ ਕਮਿਸ਼ਨਰ ਸੀਗਾ ਪਟਿਆਲਾ, ਫਰੀਦਕੋਟ, ਫਿਰੋਜ਼ਪੁਰ, 14 ਡਿਸਟ੍ਰਿਕਟ ਸੀਗੇ ਮੇਰੇ ਕੋਲ, 2/3 ਪੰਜਾਬ ਮੈਂ ਐਡਮਿਨਿਸਟ੍ਰੇਟਿਵ ਕੰਟਰੋਲ ਸੀਗਾ। ਔਰ ਮੈਂ ਆਪਣੇ ਆਫਿਸਰਸ ਨੂੰ ਇਹੀ ਕਹਿੰਦਾ ਸੀਗਾ ਕਿ ਤੁਸੀਂ ਪਬਲਿਕ ਸਰਵੈਂਟ ਹੈਗੇ ਹੋ, ਡੋਂਟ ਫੋਰਗੈਟ। ਅਤੇ ਇੱਕੋ ਚੀਜ਼ ਜਿਹੜੀ ਉਹਨਾਂ ਨੂੰ ਬਾਰ-ਬਾਰ ਮੈਂ ਆਪਣੇ ਕੋਸ਼ਿਸ਼ ਕਰਦਾ ਸਮਝਾਉਣ ਦੀ, ਅਤੇ ਮੈਂ ਇੱਕ ਲੈਟਰ ਵੀ ਲਿਖੀ ਸੀਗੀ, ਉਹਦੇ 'ਚ ਲਿਖਿਆ ਸੀਗਾ ਕਿ ਐਥਿਕਸ ਐਂਡ ਇੰਟੈਗਰਿਟੀ ਇਨ ਵਰਕ ਇਜ਼ ਨੈਸੈਸਰੀ ਐਂਡ ਪਬਲਿਕ ਸਰਵੈਂਟ ਸ਼ੁੱਡ ਨੈਵਰ ਨੈਗੋਸ਼ੀਏਟ ਵਿਦ ਵੈਲਿਊਜ਼ just to remain in good books of corrupt politicians. One should have passion to work for public, and public is not to be underestimated as fools. तो ਮੇਰੇ ਰਿਜ਼ਾਈਨ ਤੋਂ ਬਾਅਦ ਹਰ ਤਰ੍ਹਾਂ ਦੇ ਹੁੰਦੇ ਹੈਗੇ ਆ। SN ਅਗਰਵਾਲ
ਪਹਿਲਾਂ ਤਾਂ ਬਹੁਤ ਕੁਛ ਹੋਇਆ। SN ਅਗਰਵਾਲ ਚੀਫ ਸੈਕਟਰੀ ਸੀਗੇ, ਬੜੇ ਸੰਤ ਸੁਭਾਅ ਦੇ, ਅਤੇ ਜਦੋਂ ਮੈਨੂੰ ਉਹਨਾਂ ਨੇ ਬੁਲਾਇਆ ਆਪਣੇ ਆਫਿਸ ਦੇ ਵਿੱਚ, ਅਤੇ ਮੈਂ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਮੇਰਾ ਐਡਾ ਵੱਡਾ ਪੱਧਰ ਨਹੀਂ ਸੀਗਾ, ਲੇਕਿਨ ਆਪਣਾ ਉਹ ਖੜ੍ਹੇ ਹੋ ਗਏ, ਕਹਿੰਦੇ ਪੰਜਾਬ ਸਰਕਾਰ ਵੱਲੋਂ ਸਾਨੂੰ, ਮੈਂ ਹੈਡ ਹਾਂ, ਐਡਮਿਨਿਸਟ੍ਰੇਟਿਵ ਹੈਡ ਹਾਂ, ਇੱਦਾਂ ਹੱਥ ਜੋੜੇ ਮੇਰੇ ਅੱਗੇ, ਵੀ ਸਾਹਿਬ ਸਾਨੂੰ ਸਰਕਾਰ ਨੂੰ ਤੁਸੀਂ ਬੜੀ ਇਮਾਨਦਾਰ ਨਾਲ ਨੌਕਰੀ ਕੀਤੀ ਹੈ, ਸਾਰਾ ਤੁਸੀਂ ਆਪਣਾ ਅੱਛਾ ਐਡਮਿਨਿਸਟ੍ਰੇਸ਼ਨ ਚਲਾਈ ਹੈਗੀ ਹੈ, ਤਾਂ ਸਾਨੂੰ ਬੜਾ ਦੁੱਖ ਹੈ ਕਿ ਤੁਹਾਨੂੰ ਤਕਲੀਫ ਹੋਈ, ਮਾਨਸਿਕ ਪੀੜਾ ਹੋਈ, ਟੌਰਚਰ ਹੋਏ ਤੁਸੀਂ। ਮੈਂ ਬੜੀ ਲੰਬੀ ਕਹਾਣੀ ਹੈਗੀ ਹੈ। ਕੰਵਰ ਸੰਧੂ ਜਿਹੜੇ ਸੀਗੇ ਇੰਗਲਿਸ਼ ਟ੍ਰਿਬਿਊਨ ਦੇ ਸੀਗੇ, ਉਹਨਾਂ ਨਾਲ ਮੇਰੀ YouTube ਦੇ ਉੱਤੇ ਹੈਗੀ, ਜੇ ਕਦੇ ਮੌਕਾ ਲੱਗਿਆ ਅਤੇ ਉਹ ਆਪਣਾ ਤੁਸੀਂ ਦੇਖ ਲਿਓ, ਅਦਰਵਾਈਜ਼ ਵੈਸੇ ਹੁਣ ਮੈਂ ਭੁੱਲਣਾ ਹੀ ਚਾਹੁੰਦਾ ਹੈਗਾ। ਸੋ ਮੇਰੀ ਬੇਟੀ ਦਾ ਮੈਂ ਦੱਸ ਰਿਹਾ ਸੀਗਾ ਕਿ ਫ਼ੋਨ ਆਇਆ ਕਿ ਪਾਪਾ ਹੁਣ ਬਸ ਕਰੋ, ਤੁਸੀਂ ਫੋਰਗਿਵ ਕਰ ਦਿਓ ਉਹਨਾਂ ਨੂੰ, ਫੋਰਗਿਵ ਐਂਡ ਫੋਰਗੇਟ। ਜਿਹੜੀ ਬੰਟੀ ਰਮਾਣਾ ਹੈਗੇ ਹੈ, ਆਪਣਾ ਅੱਜ ਤੁਹਾਨੂੰ ਪਤਾ ਖਾਸਮ ਖਾਸ ਅੱਜ ਕੱਲ੍ਹ ਤਾਂ ਜੇ ਅਗਰ ਕੋਈ ਸਭ ਤੋਂ ਨੇੜੇ ਹੈ ਤਾਂ ਉਹ ਬੰਟੀ ਰਮਾਣਾ ਹੀ ਹੈ, ਔਰ ਉਹਦੀ ਜਿਹੜੀ ਵਾਈਫ ਹੈ ਸ਼ੈਰੀ ਹੈਗੀ ਹੈ, ਉਹ ਮੇਰੀ ਬੇਟੀ ਦੀ ਮਤਲਬ ਸਕੀ ਭੈਣ ਨਹੀਂ ਹੈਗੀ, ਲੇਕਿਨ ਸਕੀ ਭੈਣਾਂ ਤੋਂ ਉੱਪਰ ਹੈਗੀ ਹੈ। ਅਤੇ ਜਾਂ ਉੱਥੇ ਸਾਡੀ ਇੱਕ ਆਪਣਾ ਹੁਸ਼ਿਆਰਪੁਰ ਹੈਗੀ ਹੈ ਡਾਕਟਰ ਨਵਨੀਤ, ਜਾਂ ਉਹਦੇ ਨਾਲ ਉਹਦਾ ਪਿਆਰ ਹੈਗਾ, ਅਤੇ ਇਹ ਸ਼ੈਰੀ ਨਾਲ ਤਾਂ ਬਿਲਕੁਲ। ਅਤੇ ਹੁਣ ਮੈਂ ਪਰਸੋਂ ਜਦੋਂ ਮੈਂ ਫੇਰ ਲਿਖਿਆ, ਫਿਰ ਕਹਿੰਦੀ ਪਾਪਾ ਮੈਂ ਤੁਹਾਨੂੰ ਕਿੰਨਾ ਸਮਝਾਇਆ ਹੈਗਾ, ਤੁਸੀਂ ਕਿਉਂ ਨਹੀਂ ਤੁਸੀਂ ਹਟ ਰਹੇ, ਤੁਸੀਂ 2010 ਦਾ। ਮੈਂ ਕਿਹਾ ਬੇਟੇ ਮੈਨੂੰ ਪੀੜਾ ਇੰਨੀ ਦੇ ਮਿਲੀ ਹੋਈ ਹੈ, ਮੇਰੇ ਜ਼ਖਮ ਜਿਹੜੇ ਹੈਗੇ ਆ ਉਹ ਮੈਂ ਕਰਾਂ ਕੀ। ਤੋ ਮੈਂ ਉਹਨੂੰ ਕਿਹਾ ਪ੍ਰੋਮਿਸ ਬੇਟੇ ਮੈਂ ਕੋਸ਼ਿਸ਼ ਕਰਦਾ ਹੈਗਾ। ਮੀਨਵਾਈਲ ਜੋ ਮੈਂ ਦੱਸ ਰਿਹਾ ਸੀਗਾ ਕਿ ਬਾਈਪੋਲਰ ਦਾ, ਤੋ ਮੈਨੂੰ 40s ਵਿੱਚ ਜਦੋਂ ਮੇਰਾ ਸਲੀਪ ਡਿਸਆਰਡਰ, ਕਿਉਂਕਿ ਹੁੰਦਾ ਹੈਗਾ ਇੱਕ ਵਾਰ ਚੱਲਦਾ ਹੈਗਾ, ਪਰ ਇੰਨਾ ਜ਼ਿਆਦਾ ਸੀਰੀਅਸ ਨਹੀਂ ਹੋਇਆ। ਪਿਛਲੇ ਸਾਲ ਜੂਨ 'ਚ ਹੋ ਗਿਆ ਸੀਗਾ, ਜਦੋਂ 40s ਨੇ ਮੈਨੂੰ ਸਲੀਪਿੰਗ ਪਿਲ ਬਹੁਤ ਹਾਈ ਡੋਜ਼ ਦੇ ਦਿੱਤੀ ਸੀਗੀ, ਅਤੇ ਉਹ ਡੋਜ਼ ਦੇਣ ਦੇ ਨਾਲ ਮੈਨੂੰ ਜਿਹੜੀਆਂ ਹੈਗੀਆਂ ਬੜੀਆਂ ਹੌਰੀਫਿਕ ਹੈਲੂਸੀਨੇਸ਼ਨਸ ਸਟਾਰਟ ਹੋ ਗਈਆਂ ਸੀਗੀਆਂ, ਅਤੇ ਉਹ ਡਾਕਟਰ ਦੀ ਗਲਤੀ ਵੀ ਸੀਗੀ। ਅਖੀਰ ਉਹ ਤਾਂ ਗ੍ਰੇਸਫੁਲ ਹੈ ਕਿ ਉਹਨਾਂ ਦੇ ਓਰੀਜਨਲ ਜਿਹੜੇ ਡਾਇਰੈਕਟਰ ਹੈਗੇ ਆ ਅਭਿਜੀਤ ਜੀ, ਵਿਚਾਰੇ ਬਹੁਤ ਹੀ, ਉਹ ਵੀ ਵਿਚਾਰੇ ਸਾਡੇ ਸਰਪ੍ਰੀਤਮ ਸਿੰਘ ਬਹੁਤ ਵਧੀਆ PCS ਅਫੀਸਰ ਰਿਟਾਇਰ ਹੋਏ ਆ, ਉਹਨਾਂ ਦੇ ਬੇਟੇ ਹੈਗੇ ਆ, ਅਤੇ ਉਹ ਆ ਗਏ ਘਰੇ ਆ ਕੇ ਗੱਲਬਾਤ ਕੀਤੀ ਉਹਨਾਂ ਨੇ। ਮੈਂ ਸੋਚਿਆ ਕਿ ਚਲੋ, ਨਹੀਂ ਤਾਂ ਮੈਂ ਡਾਕਟਰਸ ਦੇ ਉੱਤੇ ਵਕੀਲ ਕਰਕੇ ਮੈਂ 40s ਦੇ ਉੱਤੇ ਕੇਸ ਪਾ ਰਿਹਾ ਸੀ, ਸਾਰੀ ਮੈਨੇਜਮੈਂਟ ਦੇ ਉੱਤੇ, ਡਾਕਟਰਾਂ ਦੇ ਉੱਤੇ, ਔਰ ਮੇਰੀ ਡਿਮਾਂਡ ਇਹ ਸੀ 1 ਕਰੋੜ ਰੁਪਏ ਦਾ ਮੈਨੂੰ ਦੇਣ, ਕਿਉਂਕਿ ਮੈਨੂੰ ਜਿਹੜੀ ਡੋਜ਼ ਦੇ ਦਿੱਤੀ ਸੀ ਉਹਨਾਂ ਨੇ, ਉਹ ਇੰਨੀ ਹੈਵੀ ਡੋਜ਼ ਸੀਗੀ ਜਿਹਦੇ ਕਰਕੇ ਮੈਨੂੰ ਇਹ ਹੈਲੂਸੀਨੇਸ਼ਨਸ ਹੋਈਆਂ। ਹੁਣ ਮੈਨੂੰ 11 ਜਿਹੜੀ ਗੱਲ ਹੈ, ਇਹ 11 ਤਰੀਕ ਦੀ ਗੱਲ ਹੈ। 11 ਤਰੀਕ ਨੂੰ ਮੈਂ 2:30 ਵਜੇ ਸਵੇਰੇ ਉੱਠਿਆ, 2:30 ਵਜੇ ਉੱਠਿਆ ਅਤੇ ਥੋੜ੍ਹਾ ਰਿਲੈਕਸ ਕੀਤਾ ਹੈਗਾ ਕਿ ਮੈਨੂੰ ਨੀਂਦ ਆ ਜਾਵੇ। ਜੈਪਸ ਜੀ ਹੈਗੀ ਥੋੜ੍ਹੀ ਜਿਹੀ, ਕਹਿੰਦੇ ਟੈਨਸ਼ਨ ਹੋਵੇ ਖਾ ਲਓ ਅਤੇ ਠੀਕ ਹੋ ਜਾਂਦਾ। ਸੋ ਖੈਰ 11 ਤਰੀਕ ਨੂੰ ਸਵੇਰੇ 2:30 ਵਜੇ ਉੱਠ ਕੇ 11 ਦੀ ਰਾਤ ਨੂੰ ਫਿਰ ਮੈਂ ਡਾਕਟਰ ਨੇ ਮੈਨੂੰ ਕਿਹਾ ਹੈਗਾ ਕਿ ਇਹ ਉਣੀਂਦਰਾ ਜਿਹੜਾ ਹੈਗਾ, ਜਿਹੜੀ ਸਲੀਪ ਜੇ ਨਾ ਹੋਏ ਬ੍ਰੇਨ ਨੂੰ ਬਹੁਤ ਇਹ ਡੈਮੇਜ ਕਰਦੀ ਬ੍ਰੇਨ ਨੂੰ, ਇਹਨੂੰ ਤੁਸੀਂ ਟੇਬਲੇਟ ਲੈ ਲਓ। ਸੋ ਉਹਨਾਂ ਨੇ ਮੈਨੂੰ ਜ਼ੋਲ ਫਰੈਸ਼ ਹੈਗੀ 10 mg ਜ਼ੋਰਪੀਟਮ ਦੀ ਜਿਹੜਾ ਸਾਲਟ ਹੈਗਾ, ਅਤੇ ਉਹ ਮੈਂ 10 mg ਦੀ ਲੈ ਲਈ। ਔਰ ਤੁਸੀਂ ਵਿਸ਼ਵਾਸ ਕਰੋਗੇ, ਕਿੱਥੇ ਆਪਾਂ 0.25 ਦੀ ਮਦਰ ਨੂੰ ਮੈਂ ਦਿੰਦਾ ਸੀਗਾ ਨਾ ਐਲਪ੍ਰੈਕਸ, ਅਤੇ ਉਹ ਕਹਿੰਦੇ ਸੀਗੇ ਮੈਨੂੰ ਬੜੀ ਸੁਸਤੀ ਪਈ, ਅਗਲੇ ਤੱਕ ਆਉਂਦੀ ਸੀਗੀ। ਮੈਂ 0.25 ਨਹੀਂ, ਜਿਹੜੀ ਹੈਗੀ ਫਰੈਸ਼ 10 mg ਦੀ, ਉਹ ਮੈਂ ਲਈ, ਲੇਕਿਨ ਉਸ ਦੇ ਨਾਲ ਵੀ ਸਿਰਫ ਮੈਨੂੰ ਜਿਹੜੀ ਨੀਂਦ ਹੈਗੀ ਹੈ ਉਹ 15-20 ਮਿੰਟ ਆਈ ਹੈ। ਉਸ ਤੋਂ ਬਾਅਦ 12 ਤਰੀਕ 13 ਤਰੀਕ ਸਾਰਾ ਦਿਨ ਮੈਂ ਕਮਰੇ ਬੰਦ ਕਰਕੇ, ਲਾਈਟਾਂ ਬੰਦ ਕਰਕੇ, ਮੋਬਾਈਲ ਫੋਨ ਬੰਦ ਕਰਕੇ, TV ਬੰਦ ਕਰਕੇ, ਪੂਰੇ ਦਿਨ 3 ਦਿਨ ਲਗਾਤਾਰ ਮੈਂ ਕੋਸ਼ਿਸ਼ ਕੀਤੀ ਕਿ ਮੈਨੂੰ ਥੋੜ੍ਹੀ ਦੇਰ 5 ਮਿੰਟ 10 ਮਿੰਟ ਵੀ ਮੇਰੀ ਅੱਖ ਲੱਗ ਜਾਵੇ, ਉਹ ਨਹੀਂ ਲੱਗੀ, ਮੈਂ ਨਹੀਂ ਸੁੱਤਾ। ਸੋ
ਅਗਲੇ ਦਿਨ 14 ਤਰੀਕ ਨੂੰ, ਕਿਉਂਕਿ 11 ਨਿਕਲ ਗਈ, 12 ਨਿਕਲ ਗਈ, 13 ਨਿਕਲ ਗਈ, 14 ਤਰੀਕ ਨੂੰ ਸ਼ਾਮ 4 ਵਜੇ PGI ਤੋਂ ਡਾਕਟਰ ਰਾਜਵੀਰ ਸਰਾਹਨਾ ਉਹਨਾਂ ਦੀ ਵਾਈਫ ਨੂੰ ਕਾਲ ਆਈ ਹੈਗੀ ਹੈ। ਅਤੇ ਵਾਈਫ ਉਹਨਾਂ ਨਾਲ ਇਨ ਟੱਚ ਸੀਗੀ ਵੀ ਹੁਣ 3 ਘੰਟੇ ਹੋ ਗਏ ਆ। ਅਤੇ ਉਹਨੇ ਡਾਕਟਰ ਨੇ ਥੋੜ੍ਹਾ ਗੁੱਸੇ ਨਾਲ ਇਹਨਾਂ ਨੂੰ ਕਿਹਾ ਕਿ ਮਿਸਿਸ ਬੀਰ, ਇਟਸ ਵੇਕਅਪ ਕਾਲ ਫਾਰ ਯੂ, ਡੋਂਟ ਟੇਕ ਥਿੰਗਸ ਸੋ ਲਾਈਟਲੀ। ਇਹ ਤੁਸੀਂ SOS ਫਾਰ ਮੈਡੀਕਲ ਐਮਰਜੈਂਸੀ ਲਈ ਤੁਸੀਂ ਆਹ ਸਾਡਾ ਨੰਬਰ ਹੈਗਾ, ਔਰ ਹੁਣ ਅਸੀਂ ਹੋਰ ਮੈਡੀਸਨ ਨਹੀਂ ਵਧਾ ਸਕਦੇ ਨੀਂਦ ਦੀ, ਨਾ ਅਸੀਂ ਇਹ ਦੇਖ ਸਕਦੇ ਹੈਗੇ ਆ ਕਿ ਇਹ ਇਸੇ ਤਰ੍ਹਾਂ ਹੀ ਜਾਗਦੇ ਰਹਿਣ। ਹੁਣ ਇਹਦਾ ਕੋਈ ਹੋਰ ਇਲਾਜ ਨਹੀਂ ਹੈਗਾ, ਤੁਸੀਂ ਇਹਨਾਂ ਦੀ ਮੈਡੀਟੇਸ਼ਨ ਸ਼ੁਰੂ ਕਰਾਓ। ਅਗਰ ਕੁਛ ਠੀਕ ਹੋਏਗਾ, ਇਹ ਸਿਰਫ ਮੈਡੀਟੇਸ਼ਨ ਨਾਲ ਹੀ ਠੀਕ ਹੋ ਸਕਦਾ। ਉਸ ਵੇਲੇ ਫਿਰ ਮੈਂ ਆਪਣਾ, ਕਿਉਂਕਿ ਸੁਖਮਨੀ ਸਾਹਿਬ ਦਾ ਸੁਖ ਅੰਮ੍ਰਿਤ ਪ੍ਰਭ ਨਾਮ, ਹਾਂਜੀ, ਅਤੇ ਆਪਾਂ ਨੂੰ ਪਤਾ ਸੀਗਾ ਸੁਖਮਨੀ, ਪੀਸ ਆਫ ਮਾਈਂਡ, ਦੀ ਨੈਕਟਰ ਆਫ ਦ ਨੇਮ ਆਫ ਗॉड, ਸਰਬ ਰੋਗ ਕਾ ਔਖਦ ਨਾਮ, ਹਾਂਜੀ, the ਨਾਮ is the panacea all healing, the remedy to cure all ills। ਸੋ ਸਿਮਰ ਸੁਖ ਪਾਵੋ, ਇਹ ਸਾਰੀ ਚੀਜ਼ਾਂ ਮੇਰੇ ਦਿਮਾਗ 'ਚ ਆਈਆਂ ਅਤੇ ਅਸੀਂ ਕੋਸ਼ਿਸ਼ ਕੀਤੀ ਕਿ ਇਮੀਡੀਏਟਲੀ ਫਿਰ ਹੁਣ ਸ਼ੁਰੂ ਕੀਤੀ ਜਾਵੇ। ਫਿਰ ਮੈਂ ਕਿਹਾ ਮੈਂ ਪਾਠ, ਸੁਖਮਨੀ ਸਾਹਿਬ ਦਾ ਪਾਠ ਹੈ, ਮੈਡੀਟੇਸ਼ਨ ਤਾਂ ਆਪਾਂ ਤਾਂ ਇਹੀ ਸਮਝਦੇ ਹੈਗੇ ਨਾ ਕਿ ਆਪਣਾ ਪਾਠ ਕਰੀਏ ਬਾਬਾ ਜੀ ਦੇ, ਗੁਰੂ ਗ੍ਰੰਥ ਸਾਹਿਬ ਦੇ ਉੱਥੇ ਜਾ ਕੇ। ਅਤੇ ਮੈਨੂੰ ਮੇਰੀ ਨੀਸ ਹੈ ਨੈਨੀਤਾਲ ਦੇ ਕੋਲ, ਰੁਦਰਪੁਰ, ਲੋਚੀ ਕਹਿ ਕੇ ਕਿਸੇ ਨੂੰ ਬੁਲਾਉਂਦੇ ਹੈਗੇ। ਮੈਨੂੰ ਪਤਾ ਸੀ ਕਿ ਉਹਨੂੰ ਵੀ ਬਾਈਪੋਲਰ ਡਿਸਆਰਡਰ ਸੀਗਾ, ਅਤੇ ਉਹ ਕਹਿੰਦੀ ਸੀ ਕਿ ਮੈਂ ਆਪਣਾ ਸੁਦਰਸ਼ਨ ਕਿਰਿਆ ਕੀਤੀ ਅਤੇ ਮੈਂ ਉਹਦੇ ਨਾਲ ਠੀਕ ਹੋ ਗਈ ਹਾਂ। ਅਤੇ ਮੇਰੀ ਜਿਹੜੇ ਮੈਂ 6-7 ਸਾਲ ਤੋਂ ਦਵਾਈਆਂ ਲੈ ਰਹੀ ਸੀਗੀ, ਜਿਹੜੇ ਡਾਕਟਰ ਕਹਿੰਦੇ ਹੈਗੇ ਕਿ ਸਾਰੀ ਲਾਈਫ ਨਹੀਂ ਤੁਸੀਂ ਛੱਡ ਸਕਦੇ, ਮੈਂ ਉਹ ਜਿਹੜੀ ਹੈ ਲਈ ਹੈਗੀ ਹੈ, ਔਰ ਮੈਂ ਹੁਣ ਸਾਰੀ ਦਵਾਈ ਵੀ ਛੁੱਟਤੀ, ਮੈਂ ਐਕਟਿਵ ਹੈਗੀ ਹਾਂ। ਸੋ ਫਿਰ ਮੈਨੂੰ, ਕਿਉਂਕਿ ਆਲਰੇਡੀ ਅਸੀਂ ਡਰੇ ਹੋਏ ਸੀਗੇ ਸਾਰੇ ਹੀ, ਅਤੇ ਇਮੀਡੀਏਟਲੀ ਫਿਰ ਮੈਂ ਉਹਨੂੰ ਕਿਹਾ ਕਿ ਲੋਚੀ ਇਸ ਤਰ੍ਹਾਂ ਕਰੋ। ਮੇਰੀ ਵਾਈਫ ਨੇ ਕਿਹਾ ਹੈਗਾ ਕਿ ਬੇਟਾ ਤੁਸੀਂ ਲੋਚੀ ਜਿੱਦਾਂ ਮਰਜ਼ੀ ਕਰ, ਜਿੱਥੋਂ ਮਰਜ਼ੀ ਲੱਭ, ਚੰਡੀਗੜ੍ਹ ਦੇ ਵਿੱਚ ਇੱਕ ਜਿਹੜਾ ਅੱਛੀ ਤਰ੍ਹਾਂ ਜਿੱਥੇ ਇਹਨਾਂ ਨੂੰ ਮੈਡੀਟੇਸ਼ਨ ਹੋ ਸਕੇ, ਰਿਲੈਕਸ ਹੋ ਸਕਣ, ਉੱਥੇ ਤੁਸੀਂ ਪਤਾ ਕਰਕੇ ਦੇ। ਤੋ ਮੈਂ ਉਹਦਾ ਬਹੁਤ ਧੰਨਵਾਦੀ ਹੈਗਾ। ਉਹਨੇ ਇੰਨਾ ਸੀਰੀਅਸਲੀ ਲਿਆ, ਉਹਨੇ ਪਤਾ ਨਹੀਂ ਉੱਥੋਂ ਨਾਨਕ ਮਤੇ ਤੋਂ ਕਿੱਥੇ ਜਾ ਕੇ ਉਹਨੇ ਫੋਨ ਕੀਤੇ, ਲੁਧਿਆਣਾ, ਦਿੱਲੀ, ਅਖੀਰ ਜਾ ਕੇ ਜਦੋਂ ਪਰਮਾਤਮਾ ਨੇ ਕੋਈ ਕਿਰਪਾ ਕਰਨੀ ਹੋਵੇ, ਕਿਉਂਕਿ ਮੈਂ ਬੁਰਾ ਤਾਂ ਕਦੇ ਕੁਛ ਕੀਤਾ ਹੀ ਨਹੀਂ ਹੈਗਾ ਕਿਸੇ ਦਾ ਵੀ। ਮੈਂ ਇੱਥੇ ਹੁਣ ਪ੍ਰਭ ਆਸਰੇ ਦੇ ਲੱਗੇ ਹੋਏ ਹਾਂ, ਸੇਵਾ ਕਰ ਰਹੇ ਹੈਗੇ, ਲੇਕਿਨ ਉੱਥੇ ਵੀ ਟੈਨਸ਼ਨ ਹੁੰਦੀ ਹੈ। ਪਿੱਛੇ ਜੇ ਬਿਜਲੀ ਦਾ ਬਿੱਲ ਕੱਟਤਾ, ਉਹਨਾਂ ਮੀਟਰ ਕੱਟਤਾ, 50-55 ਲੱਖ ਰੁਪਏ ਅਸੀਂ ਖਰਚ ਰਹੇ ਹੈਗੇ ਆ ਹਰ ਮਹੀਨੇ ਦਾ। ਜਿਹੜੇ ਹੋਮਲੈਸ ਹੈਗੇ ਆ ਵਿਚਾਰੇ, ਮੈਂਟਲੀ ਸਿੱਕ ਹੈਗੇ ਆ, ਚਲੋ ਉਹ ਸਰਕਾਰ ਦੇ ਕੰਮ ਹੈਗੇ। ਗੁੱਸਾ ਆਉਂਦਾ ਬੜਾ ਹੈਗਾ, ਕਿਉਂਕਿ ਮੈਨੂੰ ਜਦੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀਆਂ ਹੈਗੀਆਂ। ਅਤੇ ਉਹ ਫਿਰ ਵਰਨ ਜੀ ਦਾ ਮੈਨੂੰ ਫੋਨ ਆਇਆ। ਵਰਨ ਜਿਹੜੇ ਹੈਗੇ ਹੈ, ਇਹ ਜਿਹੜੇ ਟੀਚਰ ਹੈਗੇ ਆ ਇੱਥੇ ਸ਼੍ਰੀ ਗੁਰੂਦੇਵ ਜੀ ਦੇ, ਅਤੇ ਇਹ ਆਪਣਾ ਔਨਲਾਈਨ ਕੋਰਸਿਸ ਕਰਦੇ ਹੈਗੇ ਆ। ਸੋ ਸ਼ਾਮ ਨੂੰ ਮੈਨੂੰ 8:30 ਵਜੇ ਆਇਆ, ਅਤੇ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਇਸ ਤਰ੍ਹਾਂ ਮੈਸੇਜ ਆਇਆ ਹੈਗਾ, ਅਤੇ ਅਸੀਂ ਤੁਹਾਨੂੰ ਅਸੀਂ ਸਪੈਸ਼ਲ ਤੁਹਾਡੀ ਐਮਰਜੈਂਸੀ ਹੈਗੀ, ਸਾਨੂੰ ਸਾਰੀ ਗੱਲ ਦੱਸੀ ਹੈਗੀ ਤੁਹਾਡੀ ਭੈਣ ਨੇ, ਅਤੇ ਔਰ ਤੁਸੀਂ ਸਵੇਰੇ 6:30 ਵਜੇ ਆ ਜਾਓ। ਤਾਂ ਮੈਂ ਅਗਲੇ ਦਿਨ 15 ਤਰੀਕ ਨੂੰ ਸਵੇਰੇ ਉੱਥੇ ਗਿਆ, ਅਤੇ ਉਹਨਾਂ ਨੇ ਮੈਨੂੰ 2 ਘੰਟੇ ਐਕਸਰਸਾਈਜ਼ ਕੀ, ਬਰੀਦਿੰਗ ਦੀ ਐਕਸਰਸਾਈਜ਼ ਕਰਾਈ ਅਤੇ ਮੈਡੀਟੇਸ਼ਨ ਕਰਾਈ। ਮੈਨੂੰ ਸਮਝ ਨਹੀਂ ਸੀਗੀ, ਮੈਂ ਕਿਹਾ ਮੈਡੀਟੇਸ਼ਨ ਕਿਉਂਕਿ ਮੈਂ ਕਦੀ ਛੁਪਾਉਂਦਾ ਨਹੀਂ ਜੋ ਮੈਂ ਸਮਝਦਾ ਹਾਂ, ਮੈਨੂੰ ਪਤਾ ਨਹੀਂ, ਮੈਨੂੰ ਤਾਂ ਪਤਾ ਹੈਗਾ ਵੀ ਅੰਤਰ ਧਿਆਨ ਹੋ ਕੇ, ਸਮਾਧੀ ਲਾ ਕੇ, ਆਪਣਾ ਕਿਸੇ ਜਗ੍ਹਾ ਜੇ ਗੁਰਦੁਆਰਾ ਸਾਹਿਬ ਜਾ ਸਕੋ ਤਾਂ ਬਹੁਤ ਅੱਛਾ, ਜੇ ਗੁਰੂ ਗ੍ਰੰਥ ਸਾਹਿਬ ਦਾ ਘਰੇ ਪ੍ਰਕਾਸ਼ ਹੈਗਾ ਤਾਂ ਬਹੁਤ ਅੱਛਾ ਹੈ, ਅਤੇ ਇਹ ਮੈਡੀਟੇਸ਼ਨ ਹੈ। ਅਤੇ ਲੇਕਿਨ ਉਹਨਾਂ ਨੇ ਕਿਹਾ ਨਹੀਂ, ਇਹਦੇ 'ਚ ਮੈਡੀਟੇਸ਼ਨ ਵਾਸਤੇ ਇਹ ਡਿਫਰੈਂਟ ਹੈਗਾ, ਅਤੇ ਬਰੀਦਿੰਗ ਬੜਾ ਵੱਡਾ ਰੋਲ ਪਲੇ ਕਰਦੀਆਂ ਹੈਗੀਆਂ। ਤਾਂ ਖੈਰ ਮੈਂ ਉਹਨਾਂ ਦਾ ਕਰਿਆ ਉਸ ਦਿਨ, ਅਤੇ ਉਹਨਾਂ ਨੇ ਮੇਰੇ ਵਾਸਤੇ ਦੇ ਵਰ ਸੋ ਕਾਇੰਡ ਕਿ ਇੱਕ IAS ਆਫਿਸਰ ਰਿਟਾਇਰਡ ਹੈਗੇ ਆ, ਅਤੇ ਉਹਨਾਂ ਨੂੰ ਉੱਪਰੋਂ ਤੋਂ ਜਿਹੜਾ ਹੈਗਾ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ, ਔਰ ਇੱਕ ਇਨਸਾਨੀਅਤ ਵਾਸਤੇ ਦਰਦ ਸਮਝਿਆ, ਔਰ
ਗੰਭੀਰਤਾ ਨੂੰ ਸਮਝਿਆ। ਅਤੇ ਕਿਉਂਕਿ ਇਤਨੇ ਘੰਟੇ ਉਹ ਕਹਿੰਦੇ ਹੈਗੇ ਆ ਆਪਣੇ ਗੁਰੂਦੇਵ ਸ਼੍ਰੀ ਗੁਰੂਦੇਵ ਨੇ ਆਪਣੇ ਇੱਕ ਵਿਖਿਆਨ 'ਚ ਕਿਹਾ ਹੋਇਆ, ਮੈਨੂੰ ਦੱਸਿਆ ਸੀਗਾ ਇਹਨਾਂ ਨੇ, ਵਰੁਣ ਨਹੀਂ, ਕਿ ਉਹ ਕਹਿੰਦੇ ਜੇ ਕਿਸੇ ਵਰੁਣ ਨਹੀਂ ਆਪਣੀ ਦੀਦੀ ਆਏ ਹੋਏ ਸੀਗੇ ਆਪਣਾ ਪੌਲਮੀ ਜਿਹੜੇ ਹੈ, ਅਤੇ ਉਹਨਾਂ ਨੇ ਦੱਸਿਆ ਸੀਗਾ ਕਿ ਜੇ ਕਿਸੇ ਬੰਦੇ ਨੂੰ ਪਾਗਲ ਕਰਨਾ ਹੋਵੇ ਉਹਨੂੰ 3 ਦਿਨ ਜਗਾ ਕੇ ਰੱਖੋ। ਇਹ ਸ਼੍ਰੀ ਗੁਰੂਦੇਵ ਜੀ ਨੇ ਕਿਹਾ ਹੋਇਆ ਉਹਨਾਂ ਨੂੰ, ਮਤਲਬ ਇਹ ਇੰਨੀ ਆਪਣਾ ਬੁਰੀ ਗੱਲ ਹੈਗੀ। ਤਾਂ ਮੇਰੇ ਤੋਂ ਦੇਖੋ ਨਾ 11 ਦੇ ਬਾਅਦ 11, 12, 13, 14 ਅਤੇ 15 ਨੂੰ ਸਵੇਰੇ ਮੈਂ ਉਹ ਕੀਤਾ ਹੈਗਾ। ਸੋ ਇੰਨੇ ਦਿਨ ਦਾ ਨੀਂਦਰਾ ਲਗਾਤਾਰ। ਔਰ ਇਹ ਜਿਹੜੀ ਟੇਬਲੇਟ ਹੈਗੀ ਉਹ ਮੈਨੂੰ ਮਨਾ ਕਰਤਾ ਸੀ ਡਾਕਟਰ ਸਾਹਿਬ ਨੇ, ਹੋਰ ਨਾ ਲਓ, ਕਿਉਂਕਿ ਜਿਹੜੀ ਤੁਸੀਂ 10 mg ਜਾਂ ਤੁਹਾਨੂੰ ਕੋਈ ਅਸਰ ਹੀ ਨਹੀਂ ਕਰ ਰਹੀ, ਫਾਇਦਾ ਕੋਈ ਨਹੀਂ ਲੈਣ ਦਾ। ਤਾਂ ਮੈਂ ਉਹ ਆਪਣਾ ਜਿਹੜਾ ਉਹਨਾਂ ਨਾਲ ਗੱਲ ਕਰਕੇ ਅਤੇ ਫਿਰ ਉਹਨੇ ਮੈਨੂੰ ਕਿਹਾ ਕਿ ਤੁਸੀਂ ਇੱਦਾਂ ਕਰੋ ਵੀ ਤੁਹਾਡੀ ਗੁੱਡ ਲੱਕ ਹੈਗੀ ਹੈ, ਪੌਲਮੀ ਜਿਹੜੇ ਹੈਗੇ ਆ ਸਾਡੇ ਦੀਦੀ ਹੈਗੇ ਆ, ਉਹ ਆ ਰਹੇ ਹੈਗੇ ਇੱਕ ਸਪੈਸ਼ਲ ਕੋਰਸ ਕਰਨਗੇ। ਉਹ ਕੋਰਸ ਦਾ ਨਾਂ ਹੈ ਸਹਿਜ ਸਮਾਧੀ ਧਿਆਨ। ਅਤੇ ਇਹਦੇ 'ਚ ਤੁਹਾਨੂੰ 3 ਦਿਨ ਦਾ ਕੋਰਸ ਹੈਗਾ, ਉਹ ਕਰ ਲਓ। ਅਤੇ ਮੈਂ ਉਹ 3 ਦਿਨ ਦਾ ਕੋਰਸ ਕੀਤਾ ਹੈਗਾ, ਕਿਉਂਕਿ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸ ਰਿਹਾ ਹੈਗਾ। ਮੈਂ ਪਿਛਲਾ ਤਾਂ ਦੱਸ ਰਿਹਾ ਸੀਗਾ ਕਿ ਤੁਹਾਨੂੰ ਪਤਾ ਹੋਵੇ ਕਿ ਕਿੱਥੋਂ ਮੈਂ ਸ਼ੁਰੂ ਹੋਇਆ, ਕਿਸ ਤਰ੍ਹਾਂ ਦੀ ਡਿਵੈਲਪਮੈਂਟਸ ਹੋਈਆਂ, ਕਿੱਦਾਂ ਦਾ ਸਿਸਟਮ ਹੈਗਾ, ਕਿੱਦਾਂ ਤੁਹਾਨੂੰ ਦੁੱਖ ਦਿੰਦੇ ਹੈਗੇ। ਆਪਣੇ ਪਰਿਵਾਰ 'ਚੋਂ ਬਹੁਤ ਹੈਗੇ ਆ, ਕਈਆਂ ਤੋਂ ਪਰਿਵਾਰ 'ਚੋਂ ਬੜੇ ਦੁੱਖ ਮਿਲੀ ਜਾਂਦੇ ਹੈਗੇ। ਕਿਉਂਕਿ ਮੈਂ ਡਿਵੀਜ਼ਨਲ ਕਮਿਸ਼ਨਰ ਜਦੋਂ ਅਪੀਲਾਂ ਸੁਣਦਾ ਸੀਗਾ, ਮੇਰਾ ਦਿਲ ਰੋਂਦਾ ਹੁੰਦਾ ਸੀਗਾ। ਜਦੋਂ ਇੱਕ ਮੁੰਡਾ ਇੱਕ ਵਾਰ ਮਾਂ ਨੂੰ ਫੜ ਕੇ ਲਿਆਇਆ, ਕੋਈ ਪਿਓ ਨੂੰ ਫੜ ਕੇ ਲਿਆਇਆ, ਰੋਂਦੇ ਕੁਰਲਾਉਂਦੇ ਆਉਂਦੇ ਸੀਗੇ, ਨਾ ਇੱਕ ਨੂੰ ਨਾ ਦੇ ਸਕਣ, ਨਾ ਦੂਜੇ ਨੂੰ ਨਾ ਦੇ ਸਕਣ। ਅਤੇ ਉਹ ਮੈਨੂੰ ਉਹਨਾਂ ਨੇ ਜਿਸ ਵੇਲੇ ਆਏ ਆ ਇਹ, ਅਤੇ ਇਹਨਾਂ ਨੇ ਮੈਨੂੰ ਕਿਹਾ ਆਪਣਾ ਪਾਲਮੀ ਜੀ ਨੇ, ਕਿ ਮੈਂ ਦੱਸਿਆ ਕਿ ਮੇਰੀ ਇਹ ਸਮੱਸਿਆ ਹੈਗੀ ਹੈ, ਮੈਨੂੰ ਨੀਂਦ ਨਹੀਂ ਆ ਰਹੀ ਹੈਗੀ ਹੈ। ਅਤੇ ਮੈਂ ਕਿਹਾ ਵਰੁਣ ਜੀ ਨੇ 15 ਤਰੀਕ ਨੂੰ ਮੈਨੂੰ ਜਿਹੜਾ ਮੇਰੇ 4 ਸੈਸ਼ਨ ਉਹਨਾਂ ਨੇ ਲਾਏ ਹੈਗੇ ਆ, 4 ਸੈਸ਼ਨ ਦੇ ਬਾਅਦ ਮੈਂ 2.5 ਘੰਟੇ ਸੋ ਗਿਆ ਸੀਗਾ। ਸੋ ਇੰਨੀਆਂ ਮੈਡੀਸਨਸ ਜਿਹੜੀਆਂ ਕਿ ਮੈਂ ਅਪੋਲੋ 'ਚ, ਬਰੀਚ ਕੈਂਡੀ ਬੰਬੇ, ਆਪਣਾ ਨਾਨਾਵਤੀ ਹੌਸਪੀਟਲ ਬੰਬੇ, ਤੋਂ ਜਿੰਨੇ ਵੀ ਡਾਕਟਰਸ ਨੂੰ ਮਿਲ ਕੇ ਕੰਸਲਟ ਕਰਕੇ, ਬਾਹਰ ਮੇਰੇ ਅਮਰੀਕਾ ਕੈਨੇਡਾ 'ਚ ਡਾਕਟਰ ਉੱਬੀ ਹੈਗੇ ਆ, ਡਾਕਟਰ ਸੁਖੀ ਹੈਗੇ ਆ ਉੱਥੇ ਲੰਡਨ ਵਿੱਚ, ਅਤੇ ਉਹ ਸਾਰਿਆਂ ਨੂੰ ਕੀਤਾ। ਉਹ ਕਹਿੰਦੇ ਯਾਰ ਹੋਰ ਹੁਣ ਕੁਛ ਨਹੀਂ ਹੈਗਾ, ਤੁਸੀਂ ਹੁਣ ਇਹਨੂੰ ਆਪਣਾ ਤੁਸੀਂ ਆਪ ਮੈਡੀਟੇਸ਼ਨ ਹੀ ਕਰੋ। ਤੋ ਪਾਲਮੀ ਜੀ ਆਏ ਅਤੇ ਮੈਨੂੰ ਡਿਸਟਰਬ ਤਾਂ ਮੈਂ ਸੀਗਾ ਹੀ, ਅਤੇ ਉਹ ਮੈਨੂੰ ਕਹਿੰਦੇ ਵੀ ਇਹ ਸਹਿਜ ਸਮਾਧੀ ਧਿਆਨ ਹੈਗਾ, ਇਹ ਕੋਰਸ ਦਾ ਮੇਰੇ ਦਾ ਨਾਂ, ਔਰ ਇਹ ਤੁਸੀਂ 3 ਦਿਨ ਕਰੋਗੇ, ਮੈਂ ਗਰੰਟੀ ਦਿੰਦੀ ਹੈਗੀ ਆ ਕਿ ਤੁਹਾਡੀ ਨੀਂਦ ਜਿਹੜੀ ਹੈਗੀ ਹੈ ਔਰ ਜਿਹੜੀ ਹੈਗੀ ਆ ਉਹ ਆਉਣੀ ਸ਼ੁਰੂ ਹੋ ਜਾਏਗੀ। ਅਸੀਂ ਇੱਕਦਮ ਤਾਂ ਨਹੀਂ ਕਰ ਸਕਦੇ, ਕਿਉਂਕਿ ਤੁਹਾਡੀ ਇੰਨੀ ਪੁਰਾਣੀ 2010 ਦੀ ਪ੍ਰੋਬਲਮ ਸੀ, ਇੱਕਦਮ ਤਾਂ ਨਹੀਂ ਸੋਲਵ ਕਰ ਸਕਦੇ। ਅਤੇ ਮੈਨੂੰ ਸਮਝਾਇਆ ਉਹਨਾਂ ਨੇ, ਕਹਿੰਦੇ ਅਸੀਂ ਮੰਤਰਾ ਦੇਵਾਂਗੇ। ਇੱਕ ਮੰਤਰਾ ਇਹ ਔਨਲਾਈਨ ਕੋਰਸ ਸੀਗਾ। ਉਹ ਕਹਿੰਦੇ ਸੀਗੇ 1 to 1 ਅਸੀਂ ਦਿੰਦੇ ਹੈਗੇ ਆ, ਇੱਕ ਰੂਮ ਅਲੱਗ ਰੂਮ 'ਚ ਤੁਹਾਨੂੰ ਅਲਾਟ ਹੋ ਜਾਊਗਾ, ਮੈਂ ਅਲੱਗ ਰੂਮ 'ਚ ਬੈਠ ਜਾਊਂਗੀ, ਤੁਹਾਨੂੰ ਮੈਂ ਇੱਕ ਮੰਤਰਾ ਦਊਂਗੀ, ਨਾ ਉਹ ਤੁਸੀਂ ਕਿਤੇ ਲਿਖਣਾ ਹੈਗਾ, ਨਾ ਤੁਸੀਂ ਉਹਨੂੰ ਕਿਤੇ ਹੋਰ ਬਾਰ-ਬਾਰ ਯਾਦ ਕਰਨਾ ਹੈਗਾ। ਉਹ ਮੰਤਰਾ ਨੂੰ ਲੈ ਕੇ ਤੁਹਾਡੀ ਸਾਰੇ ਜਿਹੜੇ ਹੈਗੇ ਆ ਉਹ ਜਿਹੜੀ ਤਕਲੀਫ ਹੈਗੀ ਖਤਮ ਹੋ ਜਾਏਗੀ। ਅਸੀਂ ਤੁਹਾਨੂੰ ਗਰੰਟੀ ਕਰਦੇ ਹੈਗੇ। ਸਾਡੇ ਦੱਸਿਆ ਉਹਨੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ 'ਚ ਈਵਨ ਕੈਂਸਰ ਦੇ ਜਿਹੜੇ ਪੇਸ਼ੈਂਟਸ ਹੈਗੇ ਉਹ ਇੰਪਰੂਵ ਕਰ ਰਹੇ ਹੈਗੇ ਆ। ਔਰ ਸਾਡੇ ਜਿਹੜੇ ਸੈਂਟਰ ਹੈਗੇ ਆ 175 ਸੈਂਟਰ ਵਰਲਡ ਵਾਈਡ ਹੈਗੇ ਆ ਇਹਨਾਂ ਦੇ, ਆਪਣੇ ਸ਼੍ਰੀ ਜੀ ਗੁਰੂਦੇਵ ਜੀ ਦੇ। ਔਰ ਕਹਿੰਦੇ ਕਿ ਇਸ ਤੋਂ ਪਹਿਲਾਂ ਕੋਵਿਡ ਤੋਂ ਪਹਿਲਾਂ 180 ਸਿਟੀ ਦੇ ਵਿੱਚ ਇੱਕ ਸਾਲ 'ਚ ਇਹ ਗੁਰੂਦੇਵ ਜਾਂਦੇ ਹੈਗੇ ਆ। ਤਾਂ ਮੈਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਮੈਂ ਮੰਤਰਾ ਦਊਂਗੀ, 20 ਮਿੰਟ ਤੁਸੀਂ ਦਿਨ 'ਚ 3 ਵਾਰੇ ਕਰਨਾ ਹੈ। ਤਾਂ ਮੇਰੀ ਸਮਝ ਕੁਛ ਨਹੀਂ ਆਇਆ, ਸੱਚੀ ਗੱਲ ਹੈਗੀ ਹੈ। ਮੈਂ ਮੰਤਰਾ ਦੀਦੀ ਨੇ ਦੇ ਦਿੱਤਾ ਅਤੇ ਅਸੀਂ ਚੁੱਪ ਕਰਕੇ ਸੁਣ ਲਿਆ। ਅਤੇ ਇਹ ਮੰਤਰ ਹੁਣ ਕਿਸੇ ਨਾਲ ਸ਼ੇਅਰ ਵੀ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਇਹ ਮੰਤਰਾ ਹੈਗਾ, ਇਹ ਗੁਰੂਦੇਵ ਦੀ ਕਿਰਪਾ ਨਾਲ ਤੁਹਾਨੂੰ ਮੰਤਰ ਦਿੱਤਾ ਹੈਗਾ। ਇਹ ਮੰਤਰ ਤੁਸੀਂ ਮਤਲਬ ਅਲੱਗ ਕਮਰੇ ਦੇ ਵਿੱਚ ਅੱਛਾ ਮਾਹੌਲ ਬਣਾ ਕੇ, ਆਪਣਾ ਬੰਦ ਕਮਰੇ ਦੇ ਵਿੱਚ, ਕੋਈ ਡਿਸਟਰਬੈਂਸ ਨਾ ਹੋਵੇ, ਕੁਛ ਨਾ ਹੋਵੇ, ਤੁਸੀਂ ਆਰਾਮ ਦੇ ਨਾਲ ਧਿਆਨ 'ਚ ਬਹਿਣਾ ਹੈਗਾ। ਤਾਂ ਮੈਨੂੰ ਮੰਤਰ ਦੇ ਦਿੱਤਾ ਉਹਨਾਂ ਨੇ। ਤਾਂ ਮੇਰੀ ਕਲਾਸ ਸੀਗੀ
ਮੈਂ ਮੰਤਰ ਦੇ ਬਾਅਦ ਕਿਉਂਕਿ 3 ਵਾਰ ਧਿਆਨ ਧਰਨਾ ਸੀਗਾ, ਧਿਆਨ ਦੇ ਬਾਅਦ ਕਹਿੰਦੇ ਮਨ ਸ਼ਾਂਤ ਹੋ ਜਾਏਗਾ, ਤੁਹਾਡੇ 'ਚ ਨੀਂਦ ਆਏਗੀ, ਤੁਸੀਂ ਰੈਸਟ 'ਚ ਹੋ ਜਾਓਗੇ। ਤਾਂ ਮੇਰੀ ਜਦ ਕੱਲ੍ਹ ਕਲਾਸ ਸੀਗੀ ਅਤੇ ਮੈਨੂੰ ਤਾਂ ਪਤਾ ਨਹੀਂ ਹੈਗਾ, ਮੈਂ ਤਾਂ ਕਿਹਾ ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਹੈਗਾ, ਅਤੇ ਮੈਂ ਕਦੀ ਅੱਖਾਂ ਖੱਬੇ ਨੂੰ ਹੋਵਾਂ, ਕਦੀ ਸੱਜੇ ਨੂੰ ਹੋਵਾਂ, ਕਦੀ ਇਸ ਤਰ੍ਹਾਂ ਕਰਾਂ, ਕਦੀ ਪਾਣੀ ਪੀਣ ਲੱਗ ਜਾਵਾਂ। ਉਹ ਸਾਰਾ ਮੈਨੂੰ ਅਬਜ਼ਰਵ ਕਰਦੇ ਰਹੇ। ਜਦੋਂ ਕਲਾਸ ਖਤਮ ਹੋਈ ਅਤੇ ਉਹ ਮੈਨੂੰ ਥੋੜ੍ਹਾ ਗੁੱਸੇ ਨਾਲ ਬੋਲੇ, ਭੋਲਮੀ ਜੀ, ਅਤੇ ਕਹਿੰਦੇ ਤੁਹਾਨੂੰ ਮੰਤਰਾ ਦਿੱਤਾ ਸੀਗਾ। ਮੈਂ ਕਿਹਾ ਹਾਂਜੀ। ਤੁਸੀਂ ਉਹ ਮੰਤਰਾ ਵੱਲ ਧਿਆਨ ਦਿੱਤਾ ਹੈ? ਇਹ ਜਿਹੜਾ ਮੰਤਰਾ ਹੈਗਾ ਅਸੀਂ ਕਿਹਾ ਸੀਗਾ ਤੁਹਾਡੇ ਇੱਥੇ ਅੰਦਰ ਸੋਲ ਦੇ ਵਿੱਚ ਤੁਸੀਂ ਟਿਕਾ ਲੈਣਾ ਹੈਗਾ। ਇਹ ਮੰਤਰਾ ਇਹਦੇ ਤੋਂ ਅੰਦਰ ਤੁਹਾਨੂੰ ਪੋਜ਼ੀਟਿਵਿਟੀ ਆਏਗੀ। ਔਰ ਇਹ ਜਿਹੜਾ ਮੰਤਰਾ ਹੈਗਾ ਇਹ ਇੱਕ ਡਿਲੀਟ ਬਟਨ ਹੈ। ਆਪਣੇ ਕਿੰਨੇ ਜਨਮਾਂ ਦੇ, ਲੱਖਾਂ ਸਾਲਾਂ ਦੇ ਸਾਡੇ ਸੋਲ 'ਤੇ ਇੰਪਰੈਸ਼ਨ ਹਨ। ਅਤੇ ਇਹ ਜਿਹੜਾ ਮੰਤਰ ਅਸੀਂ ਤੁਹਾਨੂੰ ਦਿੱਤਾ ਹੈਗਾ, ਇਹ ਜਿਹੜੇ ਤੁਹਾਡੇ ਪੁਰਾਣੇ ਜਨਮਾਂ ਦੀਆਂ ਜਿਹੜੀਆਂ ਸੋਲਸ ਦੀਆਂ ਹੈਗੀਆਂ, ਉਹਨਾਂ ਨੂੰ ਇਹ ਮੰਤਰ ਜਿਹੜਾ ਹੈਗਾ ਇਹ ਉਹਨਾਂ ਨੂੰ ਡਿਲੀਟ ਕਰਨ ਦਾ ਬਟਨ ਹੈਗਾ। ਇਹ ਇੰਪਰੈਸ਼ਨਸ ਹੈਗੇ, ਡਿਲੀਟ ਕਰਨੇ ਪੈਣਗੇ, ਨਹੀਂ ਤਾਂ ਤੁਹਾਡਾ ਤੁਸੀਂ ਹੋਣਾ ਨਹੀਂ। ਮੈਨੂੰ ਫਿਰ ਉਹ ਆਪਣੀ ਬੇਟੀ ਦੀ ਜਿਹੜੀ ਕਹਿੰਦੀ ਸੀਗੀ ਕਿ ਪਾਪਾ ਮਿੱਟੀ ਪਾਓ ਨਾ ਹੁਣ, ਅਤੇ ਮੈਂ ਅੱਜ ਸਵੇਰੇ ਉਹਨੂੰ ਬੇਟੀ ਨੂੰ ਕਿਹਾ, ਮੈਂ ਅੱਛਾ ਬੇਟਾ ਮਿੱਟੀ ਪਾਤੀ। ਮੈਂ ਜਿਹੜੇ 4-5 ਨੰਬਰ ਬਲੌਕ ਕੀਤੇ ਹੋਏ ਸੀਗੇ ਆਪਣੇ, ਉਹ ਵੀ ਅੱਜ ਉਹਨਾਂ ਨੂੰ ਅਨਬਲੌਕ ਕਰਤਾ ਹੈਗਾ। ਤਾਂ ਉਹ ਕਹਿੰਦੇ ਮਿੱਟੀ ਪਾਓ। ਉਹ ਤਾਂ ਹਰ ਤਰ੍ਹਾਂ ਦੇ ਆਉਂਦੇ ਹੈਗੇ ਆ। ਅਤੇ ਮੈਨੂੰ ਕਹਿੰਦੇ ਐਂ ਕਰਿਓ, ਜਦੋਂ ਕਿਸੇ ਮੈਟਰਨਿਟੀ 'ਚ ਵਾਰਡ ਦੇ 'ਚ ਜਾਇਓ, ਜਾ ਕੇ ਉੱਥੇ ਬੱਚਿਆਂ ਨੂੰ ਦੇਖਿਓ। ਇੱਕ ਬੱਚਾ ਹੋਏਗਾ ਰੋਂਦਾ ਹੋਏਗਾ, ਦੂਜਾ ਬੱਚਾ ਹੋਏਗਾ ਯੋਗੀਆਂ ਵਾਂਗੂ ਸ਼ਾਂਤ, ਤੀਸਰਾ ਬੱਚਾ ਹੋਏਗਾ ਬਹੁਤ ਐਕਟਿਵ ਸ਼ਰਾਰਤੀ। ਮਜ਼ਾਕ 'ਚ ਕਹਿੰਦੇ ਉਹ ਕਹਿੰਦੇ ਜੰਮਦਾ ਹੀ ਉਹਨੂੰ ਆਪਣਾ ਫਿਲਮ 'ਚ ਦਿਖਾ ਰਹੇ ਸੀਗੇ, ਉਹਨੂੰ ਨਰਸ ਨੂੰ ਹੀ ਕਹਿੰਦੇ ਅੱਖ ਮਾਰਤੀ ਸੀ ਉਹਨੇ, ਲਾਈਟਰ ਵੇਨ 'ਚ ਗੱਲ ਕਰ ਰਿਹਾ ਹੈਗਾ। ਅਤੇ ਇੱਕ ਹੁੰਦਾ ਹੈਗਾ ਹੈਪੀ ਬੱਚਾ, ਹੈਪੀਨੈਸ ਹੈ ਜਿਹਦੇ 'ਚ ਉਹ ਦੱਸ ਰਹੇ ਹੈਗੇ ਕਿ ਇਹ ਵਾਲੀ ਜਿਹੜੀ ਅਵਸਥਾ ਹੁੰਦੀ ਹੈ ਨਾ, ਇਹ ਹੁਣ ਜਿਹੜੇ ਆਪਣਾ ਓਵਰਕਮ ਕਰ ਲੈਂਦੇ ਹੈਗੇ ਆ ਸਾਰੀਆਂ ਚੀਜ਼ਾਂ ਨੂੰ। ਹੁਣ ਜਿਸ ਤਰ੍ਹਾਂ ਆਪਣੇ ਸ਼੍ਰੀ ਗੁਰਦੇਵ ਹੈਗੇ ਆ, ਉਹ ਕਹਿੰਦੇ ਹੈਗੇ ਕਿ ਤੁਰੀ ਅਵਸਥਾ ਹੁੰਦੀ ਹੈ। ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਪਤਾ ਨਹੀਂ, ਮੈਂ ਕਿਉਂਕਿ ਲੈਕਚਰ ਸੁਣਿਆ ਹੋਇਆ ਅਤੇ ਲੇਕਿਨ ਮੈਨੂੰ ਉਹਨਾਂ ਨੇ ਦੱਸਿਆ ਕਿ ਸਭ ਤੋਂ ਵਧੀਆ ਜਿਹੜੀ ਹੈਗੀ ਹੈ ਇਹ ਤੁਰੀ ਅਵਸਥਾ ਹੁੰਦੀ ਹੈ। ਔਰ ਜਦ ਤੁਸੀਂ ਸਮਾਧੀ 'ਚ ਬਹਿੰਦੇ ਹੈਗੇ ਹੋ, ਉਸ ਵੇਲੇ ਸਾਰੀਆਂ ਜੋ ਸਰਾਊਂਡਿੰਗਸ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਐਕਸੈਪਟ ਕਰੋ, ਔਰ ਉਹਨਾਂ ਸਰਾਊਂਡਿੰਗ ਨਾਲ ਬਿਕਮ ਵਨ ਵਿਦ ਦਾ ਸਰਾਊਂਡਿੰਗਸ। ਬਾਕੀ ਇਹ ਜਿਹੜੇ ਕਹਿੰਦੇ ਹੈਗੇ ਜੀ ਪਹਾੜਾਂ 'ਚ ਚਲੇ ਜਾਓ, ਉੱਥੇ ਚਲੇ ਜਾਓ, ਉਹ ਕਹਿ ਰਹੇ ਹੈਗੀ ਕਿ ਨਹੀਂ, ਤੁਸੀਂ ਜਿਹੜੇ ਹੈਗੇ ਇਹ ਨਹੀਂ ਕਿ ਤੁਹਾਨੂੰ ਕੋਈ ਕਹੇ ਕਿ ਬਰਾਗੀ ਕੱਪੜੇ ਪਾ ਲਓ, ਬਰਾਗੀ ਕੱਪੜੇ ਪਾ ਕੇ, ਭਗੜੇ ਕੱਪੜੇ ਪਾ ਕੇ ਅਤੇ ਤੁਸੀਂ ਚਲੇ ਜਾਓ, ਪਹਾੜਾਂ 'ਚ ਚਲੇ ਜਾਓ, ਜਾਂ ਉੱਥੇ ਰਿਸ਼ੀਕੇਸ਼ ਕਿਸੇ ਆਸ਼ਰਮ 'ਚ ਚਲੇ ਜਾਓ। ਕਹਿੰਦੇ ਇਹ ਐਸਕੇਪਿਜ਼ਮ ਹੈ, ਜੋ ਪੌਲਮੀ ਜੀ ਨੇ ਕਿਹਾ ਕਿ ਐਸਕੇਪਿਜ਼ਮ ਹੈ, ਇਹ ਨਹੀਂ ਕਰਨਾ ਹੈਗਾ। ਸੋ ਤੁਸੀਂ ਇਹ ਜਿਹੜਾ ਸਹਿਜ ਧਿਆਨ ਹੈ, ਇਹ ਇਸ ਵਾਸਤੇ ਹੈਗਾ ਕਿ ਤੁਸੀਂ ਡਿਟੈਚ ਹੋ ਜਾਓ, ਠੀਕ ਹੈ। ਔਰ ਕਿਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਆਪਣਾ ਡਿਟੈਚਮੈਂਟ ਕਿੱਦਾਂ ਹੋਣੀ ਹੈਗੀ ਹੈ, ਇਹ ਫਿਰ ਸਿੰਪਲ ਕਿ ਆਈ ਡੋਂਟ ਵਾਂਟ ਨਥਿੰਗ, ਆਈ ਵਾਂਟ ਨਥਿੰਗ, ਆਈ ਵਿਲ ਡੂ ਨਥਿੰਗ, ਹੈ ਨਾ। ਅਤੇ ਡਿਜ਼ਾਇਰਸ ਜਿਹੜੇ ਹੈਗੇ ਹੈ, ਉਹ ਜਿਹੜੇ ਹੈਗੇ ਆ ਤੁਹਾਡੀਆਂ ਹੈਗੀਆਂ, ਇਹ ਇੱਕ ਓਬਸਟੈਕਲਸ ਹੈਗੀਆਂ ਆਪਣੇ ਨੋਰਮਲ ਹੋਣ ਵਿੱਚ। ਤਾਂ ਉਹਨਾਂ ਤੋਂ ਤੁਸੀਂ ਬਚੋ। ਅਤੇ ਦੇਖੋ ਤੁਸੀਂ ਜਾਂਦੇ ਹੋ ਸਾਰੇ, ਬਾਕੀਆਂ ਨੂੰ ਸਮਝਾ ਰਹੇ ਸੀਗੇ ਜਿਹੜੇ ਬੈਠੇ ਸੀ ਸਾਡੇ ਪਾਰਟੀਸਪੈਂਟ ਆਨਲਾਈਨ, ਕਿ ਤੁਸੀਂ ਪਾਰਲਰਾਂ 'ਚ ਜਾਂਦੇ ਹੋ, ਆਪਣੀ ਐਕਸਰਸਾਈਜ਼ ਕਰਾਉਂਦੇ ਹੋ, ਹੈਲਥ ਐਕਸਰਸਾਈਜ਼ ਕਰਾਉਂਦੇ ਹੋ, ਸਾਰਾ ਕੁਛ ਕਰਾਉਂਦੇ ਹੈਗੇ ਹੋ। ਅਤੇ ਉਹ ਤੁਸੀਂ ਕਾਹਦੇ ਲਈ ਕਰਾਉਂਦੇ ਹੈਗੇ ਹੋ? ਤੁਸੀਂ ਇਹ ਜਿਹੜਾ ਤੁਹਾਡਾ ਉੱਪਰਲਾ ਜਿਹੜਾ ਸਰੀਰ ਹੈਗਾ, ਇਹ ਤਾਂ ਜਨਮਾਂ ਦਾ ਹੈਗਾ। ਮੈਂ ਬ੍ਰਹਮ ਕੁਮਾਰੀ ਜੀ ਦਾ ਵੀ ਕਾਫੀ ਸਟੱਡੀ ਕੀਤਾ ਸੀਗਾ, ਉਹ ਵੀ ਇਹੀ ਕਹਿੰਦੇ ਹੈਗੇ ਆ ਕਿ ਜਿਹੜੀ ਸੋਲ ਹੈਗੀ ਉਹ ਤਾਂ ਮਰਨੀ ਨਹੀਂ ਹੈਗੀ, ਉਹ ਅੱਜ ਉਹ ਤਾਂ ਪਤਾ ਨਹੀਂ ਕਿੰਨੇ ਸਾਲਾਂ ਦੀ ਚੱਲਦੀ ਆ ਰਹੀ ਹੈ। ਆਪਾਂ ਵੀ ਜਦੋਂ ਅਰਦਾਸ ਕਰਦੇ ਤੁਸੀਂ ਦੇਖਿਆ ਹੋਣਾ ਵੀ ਆਪਣਾ ਹਰ ਅਰਦਾਸ ਵਿੱਚ ਸੋਲ ਰੈਸਟ ਇਨ ਪੀਸ ਕਹਿੰਦੇ ਹੈਗੇ ਆ, ਤਾਂ ਕਿ ਆਤਮਾਵਾਂ ਆਈ ਜਾਵੇ ਜਾਈ ਜਾਵੇ, ਇਹ ਜਿਹੜਾ ਚੱਕਰ ਹੈਗਾ। ਔਰ ਤੁਸੀਂ ਇਹ ਵੀ ਦੇਖਿਆ ਹੋਣਾ ਕਈ ਵਾਰ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਪੁਰਾਣਾ ਸਮਾਂ ਯਾਦ ਆ ਜਾਂਦਾ ਹੈਗਾ। ਬਹੁਤ ਸਾਰੀਆਂ ਇਹ ਰਿਕਾਰਡ ਦੇ ਉੱਤੇ ਗੁਰੂ ਆਪਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਬੁੱਕ ਵੀ ਹੈਗੀ ਆ, ਉਹਦੇ 'ਚ ਉਹਨਾਂ ਨੇ ਦੱਸਿਆ
ਦੱਸੇ ਹੈਗੇ ਇੰਸਟਾਂਸਸ ਕਿ ਜਦੋਂ ਜਿਹੜੇ ਬੱਚੇ ਹੈਗੇ ਉਹਨਾਂ ਨੂੰ 7 ਸਾਲ 8 ਸਾਲ ਬਾਅਦ ਸਾਰਾ ਪਤਾ ਲੱਗ ਗਿਆ ਕਿੱਥੇ ਕੀ ਪਿਆ, ਸੰਦੂਕ 'ਚ ਕੀ ਰੱਖਿਆ ਸੀਗਾ, ਫਲਾਣਾ ਖਿਡਾਉਣਾ ਸੀਗਾ, ਸਾਨੂੰ ਇਹਨੇ ਇਹ ਕੀਤਾ ਸੀਗਾ। ਤੋ ਇਹ ਵੀ ਜੇ ਤੁਸੀਂ ਸੋਲ ਨੂੰ ਜੇ ਤੁਸੀਂ ਬਿਊਟੀ ਪਾਰਲਰ ਜਾ ਕੇ ਆਪਣੀ ਜਿਹੜੀ ਆਊਟਰ ਬਾਡੀ ਹੈ ਇਹਦੇ ਲਈ ਤੁਸੀਂ ਕੰਮ ਕਰ ਸਕਦੇ ਹੋ, ਅਤੇ ਫਿਰ ਤੁਸੀਂ ਜਿਹੜਾ ਹੈਗਾ ਉਹ ਆਪਣਾ ਆਪਣੇ ਵਾਸਤੇ ਆਪਣੀ ਜਿਹੜੀ ਤੁਹਾਡੀ ਸੋਲ ਹੈਗੀ ਹੈ ਇਹਦੇ ਵਾਸਤੇ ਤੁਹਾਨੂੰ ਕੰਮ ਨਹੀਂ ਕਰਦੇ, ਉਹਦੇ ਲਈ ਤੁਹਾਡੇ ਕੋਲ ਟਾਈਮ ਹੈ ਨਹੀਂ। ਤੋ ਉਹਨਾਂ ਨੇ ਦੀਦੀ ਨੇ ਇਹ ਉਪਦੇਸ਼ ਦਿੱਤਾ ਸੀਗਾ ਅਤੇ ਹੋਰ ਅਗਲੇ ਚਾਹਣਗੇ, ਮੈਨੂੰ ਬੜਾ ਅੱਛਾ ਲੱਗਿਆ। ਅਤੇ ਕਿਉਂਕਿ ਜਿਹੜਾ ਪਰਿਵਾਰ ਜਿਹੜਾ ਹੈਗਾ ਅਸਲੀ ਪਰਿਵਾਰ ਤਾਂ ਤੁਸੀਂ ਹੋ, ਜਿਹੜੇ ਮੇਰੇ ਨਾਲ ਮੇਰੇ ਦੁੱਖ ਸੁੱਖ 'ਚ ਦਿੰਦੇ ਹੈਗੇ। ਜੇ ਮੈਂ ਲਿਖਿਆ ਕਿ ਮੈਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਅਤੇ ਬਹੁਤ ਇੰਨਾ ਕੁਛ ਇਹ ਕਮੈਂਟਸ ਔਰ ਮੈਸੇਜਸ ਫੋਨ ਆਏ, ਮੈਂ ਸਭ ਦਾ ਇਹ ਅੱਜ ਥੋੜ੍ਹਾ ਜਿਹਾ ਡਿਟੇਲ ਤਾਂ ਦੱਸਦਾ ਵੀ ਸ਼ੁਕਰਗੁਜ਼ਾਰ ਹੈਗਾ। ਸੋ ਇੱਕ ਤਾਂ ਮੈਂ ਇਹ ਚਾਹੁੰਦਾ ਹੈਗਾ ਕਿ ਪਲੋਮੀ ਜਿਹੜੇ ਹੈਗੇ ਆ ਸਾਡੇ ਟੀਚਰਸ ਹੈਗੇ ਆ ਉਹ ਬਹੁਤ ਹੀ ਸਵੀਟ ਔਰ ਆਪਣੀ ਲਰਨਡ ਹੈਗੇ ਆ। YouTube ਦੇ ਉੱਤੇ ਉਹਨਾਂ ਨੇ ਕੋਈ ਇੱਕ ਦੋ ਫਿਲਮਾਂ 'ਚ ਵੀ ਸ਼ਾਇਦ ਉਹਨਾਂ ਨੇ ਕੀਤਾ ਹੋਇਆ ਹੈਗਾ। 19-20 ਸਾਲ ਤੋਂ ਉਹ ਕਰ ਰਹੇ ਹੈਗੇ, ਆਪਣੀਆਂ ਫੈਕਲਟੀ ਬੜੇ ਸੀਨੀਅਰ ਫੈਕਲਟੀ ਦੇ ਹੈਗੇ ਆ ਅਤੇ ਉਹ ਕੋਰਸਿਸ ਕਰਵਾ ਰਹੇ ਹੈਗੇ ਆ ਅਤੇ ਕਿਸੇ ਦਾ ਤੁਹਾਡਾ ਮਨ ਬਣੇ। ਮੈਂ ਇੰਪ੍ਰੈਸ ਹੋਇਆ ਹੈਗਾ, ਠੀਕ ਹੈ। ਅਤੇ ਔਰ ਮੈਨੂੰ ਰਿਲੀਫ ਹੈ। ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ 4 ਦਿਨ ਮੈਨੂੰ ਜਦ PGI ਦੇ ਡਾਕਟਰ ਨੇ ਕਹਿ ਦਿੱਤਾ ਕਿ ਭਾਈ ਤੇਰੇ ਲਈ ਵੇਕਅਪ ਕਾਲ ਹੈਗੀ ਹੈ ਔਰ ਵਾਈਫ ਨੂੰ ਕਹਿ ਰਹੇ ਕਿ ਕਿਸੇ ਵੇਲੇ ਵੀ ਕੋਲੈਪਸ ਕਰ ਸਕਦਾ, ਬ੍ਰੇਨ ਹੈਮਰੇਜ ਹੋ ਸਕਦਾ। ਸੋ ਉਸ ਸਥਿਤੀ ਦੇ ਵਿੱਚ ਮੇਰਾ ਉੱਥੇ ਜਾਣਾ ਔਰ ਇੱਕ ਦਿਨ ਉਹਨਾਂ ਨੇ ਪੂਰਾ ਲਗਾਇਆ ਹੈਗਾ 2 ਘੰਟੇ, ਫਿਰ 11 ਵਜੇ, ਫਿਰ 1 ਵਜੇ, 3 ਵਜੇ, 7 ਵਜੇ, ਰਾਤ ਨੂੰ 9:30 ਵਜੇ ਇਸ ਤਰ੍ਹਾਂ ਦੇ ਸੈਸ਼ਨ ਲਗਾਏ ਯੋਗ ਨਿੰਦਰਾ ਦੇ। ਬਾਕੀ ਦੂਜੇ ਸੀਗੇ ਉਹਨਾਂ ਦੇ ਜਿਹੜੇ ਸੁਦਰਸ਼ਨ ਚੱਕਰਾ ਹੈਗੇ। ਤਾਂ ਉਹਦੇ ਨਾਲ ਮੈਂ ਤੁਸੀਂ ਦੇਖ ਰਹੇ ਹੋਣੇ ਕਿ ਮੈਂ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ ਅਤੇ ਬਹੁਤ ਇੰਪਰੂਵਮੈਂਟ ਹੈਗੀ ਹੈ। ਅਤੇ ਉਹਨਾਂ ਦੇ ਵਰੁਣ ਚਟੋਪਾਧਿਆਏ ਵੀ ਬਹੁਤ ਵਧੀਆ ਹੈਗੇ ਆ ਪੰਜਾਬ ਦੇ ਔਰ ਇਸ ਜ਼ੋਨ ਦੇ ਉਹ ਹੈੱਡ ਹੈਗੇ ਆ। ਅਤੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ 23 ਤਰੀਕ ਤੋਂ ਮੈਡੀਟੇਸ਼ਨ ਬ੍ਰੈਥ ਦੇ ਉੱਤੇ ਉਹਨਾਂ ਦਾ ਨਵਾਂ ਜਿਹੜਾ ਔਨਲਾਈਨ ਕੋਰਸ ਹੈਗਾ ਅਤੇ ਉਹ ਕੋਰਸ ਜਿਹੜਾ ਹੈਗਾ ਸ਼ਾਮ ਨੂੰ ਸਵੇਰ ਦੇ ਟਾਈਮ ਹੈਗਾ 4-5 ਦਿਨਾਂ ਵਾਸਤੇ। ਅਤੇ ਉਹਦੇ ਵਿੱਚ ਤੁਸੀਂ ਕੋਈ ਮੇਰੀ ਤੁਹਾਨੂੰ ਸਲਾਹ ਇਹ ਹੈਗੀ ਹੈ ਕਿ ਦੇਖੋ ਐਂਗਜ਼ਾਇਟੀ ਦਾ ਉਹਦੇ 'ਚ ਹੈਗਾ, ਇਮਿਊਨਿਟੀ ਇੰਪਰੂਵ ਹੁੰਦੀ ਹੈਗੀ ਹੈ ਔਰ ਡਿਪਰੈਸ਼ਨ ਠੀਕ ਹੁੰਦਾ ਹੈਗਾ, ਸਰਵਾਈਕਲ ਠੀਕ ਹੁੰਦੀ ਹੈਗੀ ਹੈ ਔਰ ਤੁਹਾਡਾ ਨਾੜੀ ਸ਼ੋਧਨ ਦੇ ਨਾਲ ਤੁਹਾਡੀਆਂ ਜਿਹੜਾ ਆਪਣੇ ਅੰਦਰ ਸਪਲਾਈ ਹੈਗੀ ਆਕਸੀਜਨ ਦੀ ਉਹ ਇੰਪਰੂਵ ਹੁੰਦੀ ਹੈਗੀ ਹੈ ਅਤੇ ਮੈਮਰੀ ਵੱਧਦੀ ਹੈਗੀ ਹੈ, ਸ਼ਾਰਪ ਹੁੰਦੀ ਹੈ, ਐਕਟਿਵ ਰਹਿੰਦੇ ਹੈਗੇ ਹੋ। ਅਤੇ 4-5 ਦਿਨ ਮੈਂ ਸੋਚਦਾ ਵੀ ਤੁਸੀਂ ਕੱਢ ਲੈਣੇ ਚਾਹੀਦੇ ਹੈਗੇ ਆ। ਤੁਹਾਡਾ ਕੋਈ ਇੰਟਰਸਟ ਬਣੇ ਅਤੇ ਤੁਸੀਂ ਮੈਨੂੰ ਦੱਸ ਦੇਣਾ ਹੈਗਾ, ਤੁਹਾਡੀ ਰਜਿਸਟ੍ਰੇਸ਼ਨ ਜਾਂ ਜੋ ਕੁਛ ਵੀ ਹੋਏਗਾ ਉਹ ਮੈਂ ਸਾਰੇ ਕਰ ਦੂੰਗਾ। ਮੈਂ ਮਾफ़ ਕਰਨਾ ਥੋੜ੍ਹਾ ਲੰਬਾ ਬੋਲਿਆ ਗਿਆ ਹੈਗਾ, ਲੇਕਿਨ ਤੁਸੀਂ ਮੇਰਾ ਪਰਿਵਾਰ ਹੋ। ਪਰਿਵਾਰ ਜਿਹੜੇ ਰੱਬ ਨੇ ਪਰਿਵਾਰ ਦਿੱਤਾ ਹੈਗਾ, ਮੈਂ ਉਹਦੀ ਗੱਲ ਨਹੀਂ ਕਰਦਾ ਹੈਗਾ। ਉਹ ਦਿੱਤਾ ਹੀ ਹੈਗਾ ਉਹਨਾਂ ਨੇ ਮੇਰੇ ਲਈ, ਕਰਨੇ ਹੈਗਾ ਜਿਹੜੇ ਚੰਗੇ। ਜੇ ਕਿਸੇ ਨੇ ਆਪਣਾ ਲਾਡ ਪਿਆਰ ਬੇਟੀ ਬੱਚੇ ਦਿੰਦੇ ਹੀ ਹੈ ਤੁਹਾਨੂੰ, ਲੇਕਿਨ ਜਿਹੜੇ ਬਾਹਰੋਂ ਪਿਆਰ ਮਿਲਦਾ ਹੈਗਾ ਮੇਰੇ ਜਿਹੜੇ ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਟਵਿੱਟਰ ਦੇ ਉੱਤੇ, ਟਿੰਬਰ ਦੇ ਉੱਤੇ, ਜਿੰਨੇ ਵੀ ਮੇਰੇ ਤੁਸੀਂ ਮੈਨੂੰ ਫੋਲੋ ਕਰਦੇ ਹੈਗੇ ਹੋ ਔਰ ਮੇਰੇ ਨਾਲ ਆਪਣੀ ਸਾਂਝ ਤੁਸੀਂ ਪਾਈ ਹੋਈ ਔਰ ਤੁਸੀਂ ਮੇਰੇ ਲਈ ਫੀਲਿੰਗਸ ਰੱਖਦੇ ਹੋ, ਤੁਹਾਡੀਆਂ ਭਾਵਨਾਵਾਂ ਦੀ ਜਿਹੜੀ ਹੈਗੀ ਹੈ ਮੈਂ ਬਹੁਤ ਬਹੁਤ ਸਤਿਕਾਰ ਕਰਦਾ ਹੈਗਾ। ਔਰ ਹੱਥ ਜੋੜ ਕੇ ਤੁਹਾਨੂੰ ਫਿਰ ਆਪਣਾ ਜੋ ਤੁਸੀਂ ਮੇਰੇ ਵਾਸਤੇ ਅਰਦਾਸ ਕਰਦੇ ਹੋ, ਬਲੈਸਿੰਗ ਭੇਜਦੇ ਹੋ, ਉਹਦਾ ਬਹੁਤ ਬਹੁਤ ਧੰਨਵਾਦ।